अजीत अंजुम में कोट कर रहा है, मैं कहना है भाई साहब मुझे तो मालूम नहीं था कि सिख कौम क्या होती है। ये तो जब से मैंने जाना शुरू किया सिंगू बॉर्डर पे और रिपोर्ट करना शुरू किया, मैं तो सीख रहा हूँ कि ये लोग हैं कौन। तो जरा कोई आवाज़ चुके उन्होंने फिर वो देशद्रोही है जी। मैं देशद्रोही बैठा थोड़े सामने। मेरे तो सैडिशन का केस होया सी मई 'ਚ, हाल तक चल रहा है। मैं लोगों को दस्सिया मैं पद्म श्री ਦੇ ਨਾਲ ਗੱਲਬਾਤ कर रहा पद्म श्री देशद्रोही पहली बारी वेख रहा कि प्रधानमंत्री लैवल का बंदा किहो जी स्टेटमेंट्स देता है। ठीक है, मजाक उड़ाना लोगों का, मतलब किसानों को खालिस्तानी कह दो, ठीक है, परजीवी कह दो, आंदोलनजीवी कह दो, किसी ने लटेन्स गैंग, टुकड़े टुकड़े गैंग, अवार्ड वापसी गैंग, मतलब जो तुहाडे कोल नहीं हैगा तुसीं ਉਹਦਾ मजाक उड़ाना शुरू कर दो। ਜਦੋਂ ਪ੍ਰਧਾਨ ਮੰਤਰੀ ਸੰਸਦ 'ਚ ਕਹਿੰਦੇ ਆ ਕਿ MSP ਰਹੂਗੀ ਸੀ ਹੈ ਤਾਂ ਵਿਸ਼ਵਾਸ ਕਿਉਂ ਨਹੀਂ ਕਿਸਾਨ ਨੂੰ ਹੋ ਰਿਹਾ, ਤੁਹਾਨੂੰ ਕੀ ਲੱਗਦਾ? भाई मैं तो पहला सवाल मैं ये पूछे से अपने शो मैं कहा जी MSP थी है रहेगी तो कानून बना दो फिर। ऑपोजिशन है कितने दिखी कितने सब। राहुल गांधी कभी कभी आके एक स्पीच कर दे, वरना ऑपोजिशन तो वो होंगी जी सड़कों पर उतरे। जो काम किसान कर रहे हैं ये ऑपोजिशन का काम है। अपने वर्कर्स नाल सड़कों पर उतरे, सारिਆਂ ਦੇ मतलब पेट भरे हुए ने। ਸਤਿ ਸ਼੍ਰੀ ਅਕਾਲ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਤੁਸੀਂ ਔਨ 에ਅਰ ਦੇਖ ਰਹੇ ਹੋ। ਦੇਸ਼ ਦੇ ਵਿੱਚ ਪੱਤਰਕਾਰਤਾ ਦਾ ਕ੍ਰਾਈਸਿਸ ਭਾਵੇਂ ਚੱਲ ਰਿਹਾ ਹੋਵੇ, ਪਰ ਕੁਝ ਐਸੇ ਨਾਮ ਨੇ ਜਿਨ੍ਹਾਂ ਨੇ ਸਾਡੀਆਂ ਆਸਾਂ ਨੂੰ ਹਮੇਸ਼ਾ ਜ਼ਿੰਦਾ ਰੱਖਿਆ ਹੈ। ਉਹਨਾਂ 'ਚੋਂ ਇੱਕ ਵੱਡਾ ਨਾਮ ਪਦਮ ਸ਼੍ਰੀ ਵਿਨੋਦ ਦੁਆ ਸਾਹਿਬ ਨੇ। ਕਿਸਾਨ ਐਜੀਟੇਸ਼ਨ ਤੇ ਬਹੁਤ ਸਾਰੇ ਲੋਕਾਂ ਦੀ ਆਪੋ ਆਪਣੀ ਰਾਏ ਰਹੀ ਹੈ। ਅੱਜ ਇਹਨਾਂ ਦੇ ਨਾਲ ਕਿਸਾਨ ਐਜੀਟੇਸ਼ਨ ਬਾਰੇ ਗੱਲਬਾਤ ਕਰਾਂਗੇ। ਸਵਾਗਤ ਹੈ ਦੁਆ ਸਾਹਿਬ, ਬਹੁਤ ਬਹੁਤ ਔਨ 에ਅਰ ਤੇ। ਬਹੁਤ ਸ਼ੁਕਰੀਆ ਮੈਨੂੰ ਇੱਥੇ ਲਿਆਉਣ ਲਈ, ਬਹੁਤ ਸ਼ੁਕਰੀਆ। ਤੁਹਾਡੀ ਆਬਜ਼ਰਵੇਸ਼ਨ ਕੀ ਹੈ ਹੁਣ ਤੱਕ ਦਾ ਐਜੀਟੇਸ਼ਨ? ਤੁਹਾਡੀ ਨਜ਼ਰ ਤੋਂ, ਤੁਹਾਡੀ ਅੱਖ ਤੋਂ ਦੇਖਣਾ ਹੋਵੇ ਤਾਂ ਉਹ ਕੀ ਹੋਊਗਾ? ਇਸ ਵਕਤ ਜਿਹੜਾ ਦੌਰ ਚੱਲ ਰਿਹਾ ਮੇਰੀ ਨਿਗਾਹ 'ਚ ਉਹ ਇੱਕ ਖਾਮੋਸ਼ ਨਾਫਰਮਾਨੀ ਦਾ ਦੌਰ ਹੈ। ਜਿਵੇਂ ਆਜ਼ਾਦੀ ਦੀ ਜੰਗ ਵਿੱਚ ਸਿਵਲ ਡਿਸਓਬੀਡੀਐਂਸ ਹੋਇਆ ਸੀ ਨਾ, ਸਾਫ਼ ਦਿਖਦਾ ਸੀ। ਇਸ ਵਕਤ ਨਾ ਅੰਦਰ ਹੀ ਅੰਦਰ ਜਿਵੇਂ ਹੁੰਦਾ ਨਾ, ਇਹ ਖਾਮੋਸ਼ ਸਿਵਲ ਨਾਫਰਮਾਨੀ, ਸਿਵਲ ਡਿਸਓਬੀਡੀਐਂਸ ਚੱਲ ਰਹੀ ਹੈ। ਦੂਜੀ ਮੇਰੀ ਆਬਜ਼ਰਵੇਸ਼ਨ ਇਹ ਹੈਗੀ ਹੈ ਕਿ ਕਿਸਾਨ ਅੰਦੋਲਨ ਜਿਹੜਾ ਹੈਗਾ ਉਹ ਸ਼ਹਿਰਾਂ ਦੀ ਪਰਵਾਹ ਨਹੀਂ ਕਰ ਰਿਹਾ, ਖਾਸ ਕਰ ਦਿੱਲੀ ਦੀ ਵੀ। ਉਹ ਫੈਲਦਾ ਜਾ ਰਿਹਾ ਹੈ, ਪਿੰਡਾਂ 'ਚ ਫੈਲਦਾ ਜਾ ਰਿਹਾ ਹੈ। ਚਾਹੇ ਉਹ ਜਿਹੜੇ ਵੀ ਜਿੰਨੇ ਵੀ ਹੈਗੇ ਨੇ ਸਟੇਟ ਸਾਡੇ, ਮਹਾਪੰਚਾਇਤਾਂ ਹੋਣ, ਚਾਹੇ ਉਹ ਰੈਲੀਆਂ ਹੋਣ, ਪੰਜਾਬ ਜਗ੍ਹਾ ਜਗ੍ਹਾ 'ਤੇ ਹੋ ਰਿਹਾ ਹੈ, ਹਰਿਆਣੇ 'ਚ ਤੁਸੀਂ ਵੇਖੋ, ਯੂਪੀ 'ਚ ਵੀ ਹੋ ਰਿਹਾ ਹੈ, ਔਰ ਉੱਤਰਾਖੰਡ ਤੋਂ ਵੀ ਲੋਕ ਆ ਰਹੇ ਨੇ, ਕੇਰਲ ਤੋਂ ਵੀ ਆਏ ਨੇ। ਇਹ ਹੁਣ ਜਿਹੜਾ ਇਹ ਫੈਲਦਾ ਜਾ ਰਿਹਾ ਇੱਕ ਤਰ੍ਹਾਂ ਤੋਂ। ਮੈਨੂੰ ਇੱਕ ਗੱਲ ਯਾਦ ਆਉਂਦੀ ਕਿ 71 ਵਾਰ ਜਦੋਂ ਹੋਈ ਸੀ ਤੇ ਜਨਰਲ ਜੇਕਬ ਹੈਗੇ ਸੀ, ਉਹਨਾਂ ਨੇ ਆਪਣੀ ਕਿਤਾਬ ਹੈਗੀ ਉਹਨਾਂ ਦੀ ਸਰੈਂਡਰ ਐਟ ਢਾਕਾ, ਤੇ ਉਹਦੇ 'ਚ ਉਹਨਾਂ ਨੇ ਸ਼ਾਇਦ ਜ਼ਿਕਰ ਕੀਤਾ, ਸ਼ਾਇਦ ਉਹੀ ਕਿਤਾਬ ਹੈ ਜੇ ਮੈਨੂੰ ਮੇਰੀ ਯਾਦਾਸ਼ਤ ਠੀਕ ਹੈ, ਕਿ ਜਿਹੜੀ ਸਾਡੀ ਫੌਜ ਸੀ ਉਹਦੀ ਸਟ੍ਰੈਟਜੀ ਇਹ ਹੈਗੀ ਸੀ ਕਿ ਪਾਣੀ ਜਿਵੇਂ ਚੱਲਦਾ ਨਾ, ਵਿਚਕਾਰ ਜਿਹੜੇ ਉੱਚੇ ਟਿੱਬੇ ਆਣ ਜਾਂ ਆਈਲੈਂਡ ਜਾਂ ਟਾਪੂ ਆਣ, ਉਹਨਾਂ ਨੂੰ ਅਵੋਇਡ ਕਰਕੇ ਚੱਲਦਾ ਰਹਿੰਦਾ। ਅਤੇ ਸਟ੍ਰੈਟਜੀ ਇਹ ਹੈਗੀ ਸੀ ਕਿ ਜਿੰਨੇ ਵੀ ਸ਼ਹਿਰ ਹੈਗੇ ਨੇ ਜਿੱਥੇ ਕੈਂਟੋਨਮੈਂਟ ਹੈਗੇ ਨੇ, ਉਹਨਾਂ ਨੂੰ ਤੁਸੀਂ ਸਕਰਟ ਕਰਕੇ ਚੱਲੇ ਜਾਓ। ਕਬਜ਼ਾ ਕਰਨਾ ਤਾਂ ਸਿਰਫ ਇੱਕ ਜਗ੍ਹਾ 'ਤੇ ਕਰਨਾ, ਢਾਕਾ 'ਤੇ। ਉਹ ਸਾਈਕੋਲੋਜੀਕਲ ਮੈਸੇਜ ਜਾਏਗਾ। ਮੈਨੂੰ ਲੱਗ ਰਿਹਾ ਹੈ ਉਹ ਸਟੇਜ ਚੱਲ ਰਹੀ ਸਾਡੇ ਕਿਸਾਨ ਐਜੀਟੇਸ਼ਨ ਦੀ ਵੀ, ਕਿ ਤੁਸੀਂ ਇਹ ਸਟੇਟ ਕੈਪੀਟਲ ਜਿੰਨੀਆਂ ਹੈਗੀਆਂ ਨੇ, ਕੋਈ ਇਹਨਾਂ ਨੂੰ ਕਹਿਣ ਦਾ ਫਾਇਦਾ ਨਹੀਂ ਹੈ। ਤੁਸੀਂ ਫੈਲਦੇ ਜਾਓ ਪਾਣੀ ਵਾਕਨ ਜਗ੍ਹਾ ਜਗ੍ਹਾ ਪਿੰਡਾਂ 'ਚ। ਮਹਾਪੰਚਾਇਤਾਂ ਲੋਕ ਇਕੱਠੇ ਹੋ ਰਹੇ, ਲੱਖਾਂ ਦੀ ਤਾਦਾਦ ਵਿੱਚ ਇਕੱਠੇ ਹੋ ਰਹੇ। ਇਹ ਕੋਈ ਪੇਡ ਰੈਲੀਜ਼ ਨਹੀਂ ਹੈਗੀਆਂ ਇਲੈਕਸ਼ਨ ਦੀਆਂ, ਬਿਲਕੁਲ, ਜਿੱਥੇ ਬੱਸਾਂ ਭਰ ਕੇ ਲਿਆਉਣ, ਜਿਵੇਂ ਯੂਪੀ ਦੇ ਇਲੈਕਸ਼ਨ ਵਿੱਚ ਹੋਇਆ ਸੀ। ਇਲੈਕਸ਼ਨ ਯੂਪੀ 'ਚ ਹੋ ਰਿਹਾ, ਸਰਕਾਰ ਯੂਪੀ ਦੀ ਚੁਣਨੀ ਹੈ, ਲੋਕੀ ਮੱਧ ਪ੍ਰਦੇਸ਼ ਤੋਂ ਭਰ ਕੇ ਲਿਆ ਰਹੇ ਬੱਸਾਂ 'ਚ। ਮੈਨੂੰ ਇਹ ਲੱਗਦਾ ਹੈ ਕਿ ਖਾਮੋਸ਼ ਸਿਵਲ ਨਾਫਰਮਾਨੀ ਇਸ ਵਕਤ ਚੱਲ ਰਹੀ ਹੈ। ਤਾਂ ਜਿਵੇਂ ਤੁਸੀਂ ਕਿਹਾ ਕਿ ਉਦੋਂ ਢਾਕਾ ਅਲਟੀਮੇਟ ਡੈਸਟੀਨੇਸ਼ਨ ਸੀ, ਕਬਜ਼ਾ ਉੱਥੇ ਕਰਨਾ ਸੀ। ਹੁਣ ਅਲਟੀਮੇਟ ਡੈਸਟੀਨੇਸ਼ਨ ਕੀ ਹੋਣੀ ਚਾਹੀਦੀ? ਦਿੱਲੀ 'ਚ ਤਾਂ ਪਹਿਲਾਂ ਸਰਹੱਦ 'ਤੇ ਆ ਕੇ ਬੈਠ ਗਏ ਕਿਸਾਨ। ਦੇਖੋ ਇਹ ਜੰਗ ਤਾਂ ਹੈ ਨਹੀਂ ਉਸ ਤਰ੍ਹਾਂ ਦੀ ਕਿ ਆਮਣਾ ਸਾਹਮਣਾ ਹਥਿਆਰਾਂ ਨਾਲ ਹੋਏਗਾ। ਜਿੰਨੇ ਵੀ ਕਿਸਾਨ ਚੱਲ ਰਹੇ ਅੰਦੋਲਨ ਸਾਰੇ ਬੜੇ ਸ਼ਾਂਤੀਪੂਰਵਕ ਚੱਲ ਰਹੇ। ਇਹਨਾਂ ਨੇ ਕੋਈ ਮਤਲਬ ਤੋੜ ਫੋੜ 26 ਜਨਵਰੀ ਦੀ ਗੱਲ ਛੱਡੋ, ਉਹ ਤਾਂ ਅਸੀਂ ਜਾਣਦੇ ਹਾਂ
ਇਹਦੇ ਪਿੱਛੇ ਕਿਹੜੀਆਂ ਤਾਕਤਾਂ ਸਨ, ਲਾਲ ਕਿਲੇ ਵਾਲੀ ਜਿਹੜੀ ਹੋਈ ਇਨਸੀਡੈਂਟ। ਬਾਕੀ ਤਾਂ ਸਭ ਮਤਲਬ ਜਨਾਨੀਆਂ, ਬਜ਼ੁਰਗ ਔਰਤਾਂ, ਬੱਚੇ, ਜਵਾਨ, ਬਜ਼ੁਰਗ ਸਾਰੇ ਚੁੱਪ ਬੈਠੇ ਹੀ ਹੋਏ ਨਾ। ਇਹ ਕੋਈ ਜੰਗ ਨਹੀਂ ਹੈਗੀ ਉਸ ਤਰ੍ਹਾਂ ਦੀ, ਸਟ੍ਰੈਟਜੀ ਉਹ ਹੈਗੀ ਹੈ। ਇੱਥੇ ਦਿੱਲੀ ਨੂੰ ਫਿਜ਼ੀਕਲੀ ਕਾਬੂ ਨਹੀਂ ਕਰਨਾ, ਦਿੱਲੀ ਦੇ ਦਿਮਾਗ ਨੂੰ ਕਾਬੂ ਕਰਨਾ। ਪਰਿਜੀਵੀ ਵੀ ਬੈਠੇ ਹੈ ਨਾ ਉੱਥੇ, ਹੈ ਪਰਿਜੀਵੀ ਬੈਠੇ ਹੈ। ਜਿਸ ਤਰ੍ਹਾਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਇਹ ਗੱਲ ਕਹਿੰਦੇ ਹੈ ਕਿ ਪਰਜੀਵੀ ਬੈਠੇ ਨੇ ਜਾਂ ਅੰਦੋਲਨਜੀਵੀ ਬੈਠੇ ਨੇ। ਤੁਹਾਡੀ ਬੜੀ ਕਮਾਲ ਦੀ, ਮੈਂ ਇੱਕ ਤੁਹਾਡਾ ਐਪੀਸੋਡ ਦੇਖ ਰਿਹਾ ਸੀ, ਉਹਦੇ ਵਿੱਚ ਤੁਸੀਂ ਇਹਦੀ ਚਰਚਾ ਵੀ ਕੀਤੀ। ਸਾਰੇ ਪਰਜੀਵੀ ਨੇ। ਮਹਾਤਮਾ ਗਾਂਧੀ ਸਭ ਤੋਂ ਵੱਡਾ ਪਰਜੀਵੀ ਪੈਰਾਸਾਈਟ, ਉਸ ਤੋਂ ਬਾਅਦ ਗੋਪਾਲ ਕ੍ਰਿਸ਼ਨ ਗੋਖਲੇ, ਬਾਲ ਗੰਗਾਧਰ ਤਿਲਕ, ਜਿੰਨੇ ਵੀ ਫਰੀडम ਫਾਈਟਰਸ ਹੈਗੇ ਸਨ ਸਾਰੇ ਪੈਰਾਸਾਈਟ ਹੋਏ। ਫਿਰ ਤਾਂ ਅੰਦੋਲਨਜੀਵੀ ਹੋਏ, ਜਿੰਨੇ ਵੀ ਅੰਦੋਲਨ ਹੋਏ ਨੇ, ਕੁਇਟ ਇੰਡੀਆ ਹੋਵੇ, ਭਾਰਤ ਛੋੜੋ ਮੈਂ ਦੱਸ ਰਿਹਾ ਤੁਹਾਨੂੰ, ਉਸ ਤੋਂ ਬਾਅਦ ਆਪਣਾ ਜਿੰਨੇ ਵੀ ਖੇੜਾ ਦਾ ਤੁਸੀਂ ਅੰਦੋਲਨ, ਮੈਂ ਸਾਰੇ ਅੰਦੋਲਨ ਗਣਵਾਏ ਵੀ ਸੀ, ਇਹੀਓ ਨੇਤਾ ਹੈਗੇ ਸੀ ਸਾਰੇ। ਅਤੇ ਇਹ ਫਿਰ ਅੰਦੋਲਨਜੀਵੀ ਹੋਇਆ, ਇਹ ਵੀ ਪਰਜੀਵੀ ਹੋਏ, ਪੈਰਾਸਾਈਟਸ ਹੋਏ। ਉਸ ਤੋਂ ਬਾਅਦ ਜਦੋਂ ਐਮਰਜੈਂਸੀ ਜਿਨ੍ਹਾਂ ਨੇ ਜੰਗ ਲੜੀ ਸੀ, ਜੈ ਪ੍ਰਕਾਸ਼ ਨਾਰਾਇਣ ਵੀ ਫਿਰ ਅੰਦੋਲਨਜੀਵੀ ਹੋਏ, ਪਰਜੀਵੀ ਪੈਰਾਸਾਈਟ ਹੋਏ। ਇਹਨਾਂ ਦੇ ਅਟਲ ਬਿਹਾਰੀ ਵਾਜਪੇਈ, ਐਲ ਕੇ ਅਡਵਾਨੀ, ਜਿੰਨੇ ਵੀ ਜੇਲ੍ਹਾਂ 'ਚ ਗਏ, ਮਤਲਬ ਸਾਰੇ ਪੈਰਾਸਾਈਟ ਹੋਏ। ਫਿਰ ਤਾਂ ਸਾਡੀ ਨਿਗਾਹ 'ਚ ਇਹ ਪੈਰਾਸਾਈਟਸ ਨਹੀਂ ਹੈਗੇ, ਇਹ ਬਹਾਦਰ ਨੇ ਜਿਹੜੇ ਲੜ ਰਹੇ ਨੇ ਸਾਡੇ ਕਿਸਾਨ। ਸਾਡੀ ਨਿਗਾਹ 'ਚ ਪਰਜੀਵੀ ਪੈਰਾਸਾਈਟ ਉਹ ਹੈ ਜਿਹੜੀ ਜਨਤਾ ਦੇ ਪੈਸੇ 'ਤੇ, ਦੇਖੋ ਗਰੀਬ ਤੋਂ ਗਰੀਬ ਮਜ਼ਦੂਰ ਜੋ ਨਮਕ ਦੀ ਥੈਲੀ ਲੈਂਦਾ ਨਾ, ਉਹਦੇ 'ਚ ਵੀ GST ਹੁੰਦਾ ਹੈ। ਉਸ ਪੈਸੇ ਨਾਲ ਤੁਸੀਂ 2-2 2.5 ਏਕੜ ਦੇ ਬੰਗਲਿਆਂ 'ਚ ਰਹਿ ਰਹੇ ਹੋ, ਪੂਰੀ ਸਰਕਾਰੀ ਮਸ਼ੀਨਰੀ ਤੁਹਾਡੇ ਕੋਲ ਹੈ, ਤੁਹਾਡੇ ਕੰਟਰੋਲ ਵਿੱਚ ਹੈ। ਇਹ ਗੱਲ ਹੋ ਰਹੀ ਕਿ ਜਿਸ ਤਰ੍ਹਾਂ ਤੁਸੀਂ ਉਹਦਾ ਇਸਤੇਮਾਲ ਕਰ ਰਹੇ ਹੋ, ਉਹ ਗਲਤ ਇਸਤੇਮਾਲ ਹੈਗਾ ਉਹਦਾ। ਸਰਕਾਰਾਂ ਇਸ ਪਿੱਛੇ ਨਹੀਂ ਹੁੰਦੀਆਂ ਕਿ ਲੋਕਾਂ ਨੂੰ ਦਬਾਉਣ, ਲੋਕੀ ਪਹਿਲੇ ਆਉਂਦੇ, ਸਰਕਾਰਾਂ ਬਾਅਦ ਵਿੱਚ ਆਉਂਦੀਆਂ ਨੇ। ਅਸਲੀ ਪਰਜੀਵੀ ਤਾਂ ਇਹ ਲੋਕ ਨੇ, ਪੈਰਾਸਾਈਟਸ ਜਾਂ ਜਿੰਨੇ ਵੀ ਹੈਗੇ ਨੇ। ਪੂਰਾ ਸਰਕਾਰੀ ਅਮਲਾ ਫੈਲਾ, ਬਿਊਰੋਕ੍ਰੇਸੀ। ਮਤਲਬ ਤੁਸੀਂ ਇੱਕ ਹਿਸਾਬ ਲਗਾਓ, ਜਿੰਨਾ ਪੈਸਾ ਇਹਨਾਂ 'ਤੇ ਖਰਚ ਹੁੰਦਾ ਹੈ, ਜਿੰਨੀ ਤਾਕਤ ਇਹਨਾਂ ਨੂੰ ਦਿੱਤੀ ਜਾਂਦੀ ਹੈ, ਉਹਦੇ ਮੁਤਾਬਿਕ ਇਹਨਾਂ ਦੀ ਪਰਫਾਰਮੈਂਸ ਹੈਗੀ ਹੈ ਕਿ ਸਾਨੂੰ ਨਹੀਂ ਲੱਗਦੀ। ਅਸੀਂ ਇੱਕ ਮਾਰਕੀਟਿੰਗ ਮੈਨੇਜਰ ਵੀ ਰੱਖਦੇ ਹਾਂ ਤਾਂ ਅਸੀਂ ਟਾਰਗੇਟ ਦਿੰਦੇ ਹਾਂ ਉਹਨੂੰ ਕਿ ਤੂੰ ਕਿੰਨੀ ਤਨਖਾਹ ਲਏਗਾ, ਇੰਨੀ ਤਨਖਾਹ ਲਏਗਾ, ਤੇਰਾ ਟਾਰਗੇਟ ਇਹ ਹੈਗਾ। ਇਹਨਾਂ ਦੇ ਕੋਈ ਟਾਰਗੇਟ ਹੈਗੇ? ਕੋਈ ਟਾਰਗੇਟ ਨਹੀਂ ਹੈਗੇ, ਮਨਮਾਨੇ ਤਰੀਕੇ ਨਾਲ ਤੁਸੀਂ ਚਲਾਇਆ ਜਾ ਰਹੇ ਹੋ। ਲੋਕ, ਮੈਨੂੰ ਚੌਧਰੀ ਦੇਵੀ ਲਾਲ ਦਾ ਕਹਿਣਾ ਯਾਦ ਹੈ, ਸਨ 87 ਦਾ ਇਲੈਕਸ਼ਨ ਸੀ ਹਰਿਆਣਾ 'ਚ, ਅਤੇ ਗੁੜਗਾਂਵ ਵਿੱਚ ਬਹੁਤ ਵੱਡੀ ਰੈਲੀ ਸੀ ਉਹਨਾਂ ਦੀ, ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਲੋਕ ਰਾਜ, जमहूरियत, डेमोक्रेसी, लोक राज में अगर लोक लाज नहीं होगी तो लोग खुश नहीं होंगे, उनमें बगावत फैलेगी। तो लोक राज लोक लाज बहुत ज़रूरी है। ये इन्होंने समझ नहीं आ रही, ये वेख नहीं सकते, ये अन्ने हो गए ने इस वक्त। ਤੁਸੀਂ ਕਹਿ ਰਹੇ ਸੀ 47 ਸਾਲ ਤਕਰੀਬਨ ਤੁਹਾਨੂੰ ਇਲੈਕਟ੍ਰੋਨਿਕ ਪੱਤਰਕਾਰੀ 'ਚ ਹੋ ਗਏ। ਇਹੋ ਜਿਹੀਆਂ ਸਟੇਟਮੈਂਟਸ ਕੋਈ ਹੋਰ ਕਦੇ ਰੀਕਾਲ ਕਰਦੇ ਹੋ ਕਦੇ ਕਿਸੇ ਪ੍ਰਧਾਨ ਮੰਤਰੀ ਨੇ? ਕਿਉਂਕਿ ਇਨਸੈਂਸਿਟਿਵ ਲੱਗੀ ਬਤੌਰ ਪੱਤਰਕਾਰ, ਜੇ ਮੈਂ ਗੱਲ ਕਰਾਂ ਕਿ ਇਸ ਤਰ੍ਹਾਂ ਦੀ ਸਟੇਟਮੈਂਟ ਕਿ ਤੁਸੀਂ ਪਰਜੀਵੀ ਬੁਲਾ ਰਹੇ ਹੋ, ਜਾਂ ਪ੍ਰਧਾਨ ਮੰਤਰੀ ਇਹ ਕਹਿੰਦੇ ਕਿ ਸਿਰਫ 2 ਸਟੇਟਾਂ ਤੱਕ ਸੀਮਤ ਅੰਦੋਲਨ ਹੈ, ਹੋਰ ਦੇਸ਼ ਦੇ ਵਿੱਚ ਕਿਤੇ ਅੰਦੋਲਨ ਨਹੀਂ ਹੋ ਰਿਹਾ। ਦੇਖੋ, ਇੰਨਾ ਤਾਂ ਤੈਅ ਹੈਗਾ ਕਿ ਜਿਹੜੀ ਕੁਰਸੀ ਮਿਲਦੀ ਇਨਸਾਨ ਨੂੰ ਨਾ, ਉਹਦੇ ਮੁਤਾਬਿਕ ਬਿਹੇਵ ਵੀ ਕਰਨਾ ਪੈਂਦਾ, ਕੰਮ ਵੀ ਕਰਨਾ ਪੈਂਦਾ। ਕੁਰਸੀ ਦੀ ਜਿਹੜੀ ਆਪਣੀ ਇੱਕ ਗਰਿਮਾ ਹੁੰਦੀ ਹੈ, ਆਪਣੀ ਸ਼ਾਨ ਹੁੰਦੀ ਹੈ, ਆਪਣੀ ਇੱਕ ਹੈ ਨਾ, ਉਹਦੀ ਆਪਣੀ ਇੱਕ ਸਦਾਕਤ ਹੁੰਦੀ ਹੈ, ਅਤੇ ਉਹਦੇ ਮੁਤਾਬਿਕ ਇਨਸਾਨ ਨੂੰ ਬਣਨਾ ਪੈਂਦਾ। ਜੇ ਗਲਤ ਬੰਦਾ, ਛੋਟਾ ਬੰਦਾ ਕੁਰਸੀ 'ਤੇ ਬਹਿ ਗਿਆ ਤਾਂ ਕੁਰਸੀ ਦੀ ਵੀ ਮਹਿਮਾ ਜਿਹੜੀ ਹੁੰਦੀ ਹੈ ਉਹ ਵੀ ਘੱਟ ਹੋ ਜਾਂਦੀ ਹੈ। ਮੈਂ ਪਹਿਲੀ ਵਾਰੀ ਵੇਖ ਰਿਹਾ, ਤੁਹਾਡਾ ਸਵਾਲ ਜਿਹੜਾ ਹੈਗਾ ਸੀ ਉਹਦਾ ਜਵਾਬ ਹੈਗਾ, ਮੈਂ ਪਹਿਲੀ ਵਾਰੀ ਵੇਖ ਰਿਹਾ ਕਿ ਪ੍ਰਧਾਨ ਮੰਤਰੀ ਲੈਵਲ ਦਾ ਬੰਦਾ ਕਿਹੋ ਜਿਹੀ ਸਟੇਟਮੈਂਟਸ ਦਿੰਦਾ ਹੈ। ਠੀਕ ਹੈ, ਮਜ਼ਾਕ ਉਡਾਉਣਾ ਲੋਕਾਂ ਦਾ, ਮਤਲਬ ਕਿਸਾਨਾਂ ਨੂੰ ਖਾਲਿਸਤਾਨੀ ਕਹਿ ਦਿਓ, ਠੀਕ ਹੈ, ਪਰਜੀਵੀ ਕਹਿ ਦਿਓ, ਅੰਦੋਲਨਜੀਵੀ ਕਹਿ ਦਿਓ ਕਿਸੇ ਨੂੰ, ਲਟੇਨਸ ਗੈਂਗ, ਟੁਕੜੇ ਟੁਕੜੇ ਗੈਂਗ, ਅਵਾਰਡ ਵਾਪਸੀ ਗੈਂਗ, ਮਤਲਬ ਜੋ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਉਹਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿਓ, ਉਹਨੂੰ ਡਿਮੋਨਾਈਜ਼ ਕਰੋ, ਥੱਲੇ ਲਿਆਓ ਉਹਨੂੰ। ਬਿਲਕੁਲ ਉਸ ਤਰ੍ਹਾਂ ਕੁਛ ਲੋਕ ਹੁੰਦੇ ਨਾ, ਮਤਲਬ ਜਿਵੇਂ ਕਲਾਸੀਕਲ ਮਿਊਜ਼ਿਕ ਹੈਗਾ, ਬਹੁਤ ਸਾਰੇ ਲੋਕਾਂ ਨੂੰ ਤਮੀਜ਼ ਨਹੀਂ ਹੁੰਦੀ ਕਿ ਇਹਨੂੰ ਐਪਰੀਸ਼ੀਏਟ ਕਿਵੇਂ ਕਰੀਏ ਜੀ, ਤਾਂ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੰਦੇ ਕਿ ਇਹੋ ਜਿਹੀ ਆਵਾਜ਼ ਤਾਂ ਸਾਡਾ ਨਿੱਕਾ ਮੌਂਟੂ ਵੀ ਕੱਢ ਲੈਂਦਾ, ਗਰਾਰੇ ਕਰਨ ਵਾਲੀ ਆਵਾਜ਼। ਜੋ ਤੁਹਾਡੇ ਕੋਲ ਨਹੀਂ ਹੈਗਾ, ਜੋ ਤੁਹਾਨੂੰ ਸਮਝ ਨਹੀਂ ਆਉਂਦਾ, ਹਾਂ, ਉਹਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿਓ। ਮੈਂ ਇੰਨਾ ਛੋਟਾਪਣ ਪਹਿਲੇ ਕਿਸੇ ਪ੍ਰਧਾਨ ਮੰਤਰੀ 'ਚ ਨਹੀਂ ਵੇਖਿਆ।
ਹਮੇਸ਼ਾ ਟ੍ਰਾਂਸਫਰ ਆਫ ਪਾਵਰ ਸਾਡੇ ਇੱਥੇ ਸਮੂਥ ਰਹੀ ਹੈ। ਹੋਰ ਤਾਂ ਹੋਰ ਜਿਹੜੇ ਆਪੋਜੀਸ਼ਨ ਦੇ ਵੀ ਪ੍ਰਾਈਮ ਮਿਨਿਸਟਰ ਬਣੇ ਨੇ ਕਾਂਗਰਸ ਦੀ ਆਪੋਜੀਸ਼ਨ ਦੇ, ਪਹਿਲੇ ਸੀ ਆਪਣਾ ਮੁਰਾਰਜੀ ਦੇਸਾਈ ਜੀ, ਉਸ ਤੋਂ ਬਾਅਦ ਚੌਧਰੀ ਚਰਨ ਸਿੰਘ ਜੀ, ਫਿਰ ਉਸ ਤੋਂ ਬਾਅਦ ਆਏ ਵੀਪੀ ਸਿੰਘ, ਚੰਦਰ ਸ਼ੇਖਰ ਦਾ ਸਪੋਰਟਡ ਬਾਈ ਕਾਂਗਰਸ ਸੀ, 4 ਮਹੀਨੇ ਲਈ ਆਇਆ ਸੀ। ਉਸ ਤੋਂ ਬਾਅਦ ਫਿਰ ਆਏ ਆਪਣਾ ਕੀ ਕਹਿੰਦੇ ਐਚ ਡੀ ਦੇਵੇਗੌੜਾ, ਆਈ ਕੇ ਗੁਜਰਾਲ, ਫਿਰ 13 ਦਿਨ ਲਈ ਵਾਜਪੇਈ, ਠੀਕ ਹੈ ਨਾ, ਫਿਰ 13 ਮਹੀਨੇ ਲਈ ਵਾਜਪੇਈ, ਠੀਕ ਹੈ ਨਾ। ਜਦੋਂ ਵੀ ਟ੍ਰਾਂਸਫਰ ਆਫ ਪਾਵਰ ਹੋਇਆ, ਅੱਛਾ ਫਿਰ ਮਨਮੋਹਨ ਸਿੰਘ ਨਾ, ਵਿਚਕਾਰ ਰਾਜੀਵ ਗਾਂਧੀ ਵੀ ਆਏ, ਠੀਕ ਹੈ ਨਾ 84 ਵਿੱਚ ਜੀ। ਜਦੋਂ ਵੀ ਟ੍ਰਾਂਸਫਰ ਆਫ ਪਾਵਰ ਹੋਇਆ ਬੜਾ ਸਮੂਥ ਹੋਇਆ, ਸ਼ਾਲੀਨਤਾ ਨਾਲ ਹੋਇਆ, ਬੜੀ ਤਮੀਜ਼ ਨਾਲ ਹੋਇਆ। ਔਰ ਜਿਹੜਾ ਵੀ ਸਟੈਂਡਰਡ ਰਿਹਾ ਹੈ, ਜਿਹਨੂੰ ਅਸੀਂ ਪਬਲਿਕ ਡਿਸਕੋਰਸ ਕਹਿੰਦੇ ਹਾਂ, ਉਹਦਾ ਸਟੈਂਡਰਡ ਹਮੇਸ਼ਾ ਉੱਚਾ ਰਿਹਾ। ਬਦਤਮੀਜ਼ੀ, ਗਾਲੀ ਗਲੌਜ, ਟ੍ਰੋਲਿੰਗ, ਇਹ ਪਹਿਲੀ ਵਾਰੀ ਅਸੀਂ ਵੇਖ ਰਹੇ ਹਾਂ। ਇੱਕਦਮ ਇਸ ਲੈਵਲ ਤੇ ਥੱਲੇ ਦੇ ਲੈਵਲ ਤੇ ਲੈ ਆਏ ਨੇ। ਡਾਇਸੈਂਟ ਨੂੰ ਦਬਾਉਣ ਵਾਸਤੇ ਬੜੀ ਸਿਮਿਲਰ ਜੀ ਅਪਰੋਚ ਰਹੀ ਹੈ, ਚਾਹੇ ਸੀਏ ਦਾ ਇਸ਼ੂ ਰਿਹਾ ਹੋਵੇ, ਉਸ ਤੋਂ ਪਹਿਲਾਂ ਜੋ ਵੀ ਹੋਇਆ, ਨੈਸ਼ਨਲਿਜ਼ਮ ਜਾਂ ਫਿਰ ਰਿਲੀਜੀਅਸ ਪੋਲਰਾਈਜੇਸ਼ਨ ਦੇ ਇਰਦ ਗਿਰਦ ਚੀਜ਼ਾਂ ਘੁੰਮਦੀਆਂ। ਤੁਹਾਨੂੰ ਲੱਗਦਾ ਇਸ ਵਾਰ ਉਹ ਕਾਮਯਾਬ ਨਹੀਂ ਹੋ ਸਕਿਆ? ਇੱਕ ਤਾਂ ਪੁਰਾਣੀ ਕਹਾਵਤ ਹੈ ਨਾ, ਕਾਟ ਕੀ ਹਾਂਡੀ ਵਾਰ-ਵਾਰ ਨਹੀਂ ਛੜਤੀ ਜੀ। ਹੁਣ ਤੁਸੀਂ ਹਰ ਜਗ੍ਹਾ ਤੇ ਤੁਸੀਂ ਨੈਸ਼ਨਲਿਜ਼ਮ, ਰਿਲੀਜਨ, ਇਮੋਸ਼ਨ ਔਰ ਮਤਲਬ ਇਹੋ ਜਿਹੀ ਸਪੀਚਿਸ ਜਿਹੜੀ ਜਿਹਦੇ ਗਿਆਨ ਘੱਟ ਹੈ, ਪਰਫਾਰਮੈਂਸ ਜ਼ਿਆਦਾ ਹੈ ਨਾ, ਥੀਏਟਰਿਕ ਜ਼ਿਆਦਾ ਨੇ, ਉਹ ਬਾਰ-ਬਾਰ ਨਹੀਂ ਚੱਲ ਸਕਦੀ। ਲੋਕਾਂ ਨੂੰ ਸਮਝ ਆਇਆ ਹੈ, ਔਰ ਬੜੀ ਅਫਸੋਸ ਦੀ ਗੱਲ ਹੈ ਦੇਰ ਨਾਲ ਸਮਝ ਆ ਰਿਹਾ, ਲੇਕਿਨ ਆ ਰਿਹਾ ਹੈ ਬਿਕੋਜ਼ ਆਫ ਮਤਲਬ ਇਹ ਕਿ ਉਹਨਾਂ ਦੇ ਆਪਣੇ ਜੇਬ ਤੇ ਹਮਲਾ ਹੋ ਰਿਹਾ, ਆਪਣੇ ਘਰਾਂ ਤੱਕ ਗੱਲ ਆ ਗਈ ਹੈ, ਦਹਿਲੀਜ਼ ਤੱਕ, ਠੀਕ ਹੈ ਨਾ। ਹੁਣ ਤੁਸੀਂ ਨੋਟਬੰਦੀ ਕੀਤੀ, ਹੁਣ ਸਮਝ ਆ ਰਿਹਾ ਲੋਕਾਂ ਨੂੰ ਨੋਟਬੰਦੀ ਦਾ ਕੀ ਹੋਇਆ। GST ਤੁਸੀਂ ਲੈ ਕੇ ਆਏ, ਫਾਲਟੀ GST, ਠੀਕ ਹੈ। ਉਸ ਤੋਂ ਬਾਅਦ ਲੋਕਡਾਊਨ ਤੁਸੀਂ ਲਗਾਇਆ, 4 ਘੰਟੇ ਦੇ ਨੋਟਿਸ ਤੇ ਲੋਕਡਾਊਨ। ਇਹ ਕੋਈ ਇੱਥੇ ਸੀਕ੍ਰੇਸੀ ਵਰਤ ਨਹੀਂ ਸੀ, ਲੋਕਾਂ ਨੂੰ ਟਾਈਮ ਤਾਂ ਦਿੰਦੇ ਤਿਆਰੀ ਦਾ। ਲੋਕਡਾਊਨ ਦੀ ਵਜ੍ਹਾ ਨਾਲ ਕਰੋੜੋਂ ਦੇ ਕਰੀਬ ਲੋਕ ਲੱਖਾਂ ਕ੍ਰਾਸ ਕਰਕੇ ਪੈਦਲ ਜਾ ਰਹੇ ਨੇ, ਬਜ਼ੁਰਗ ਔਰਤਾਂ, ਨੌਜਵਾਨ ਔਰਤਾਂ, ਨਿੱਕੇ ਬੱਚੇ ਪੈਦਲ ਜਾ ਰਹੇ ਨੇ। ਤੁਸੀਂ ਗੱਡੀਆਂ ਨਹੀਂ ਚਲਾ ਰਹੇ ਉਹਨਾਂ ਲਈ। ਇਹ ਤਾਂ ਲੰਗਰ ਲਗੇ, ਜਗ੍ਹਾ ਜਗ੍ਹਾ ਭੰਡਾਰੇ ਲਗੇ, ਬਿਲਕੁਲ ਉਹਨਾਂ ਨੂੰ ਕੁਛ ਨਾ ਕੁਛ ਮਿਲਦਾ ਗਿਆ। ਸਰਕਾਰਾਂ ਇਸ ਤਰ੍ਹਾਂ ਚੱਲਦੀਆਂ ਨੇ। ਸਰਕਾਰਾਂ ਨੂੰ ਹਮਦਰਦ ਹੋਣਾ ਪੈਂਦਾ ਜਨਤਾ ਦਾ, ਔਰ ਸਰਕਾਰਾਂ ਦਾ ਕੰਮ ਇਹ ਨਹੀਂ ਹੁੰਦਾ ਕਿ ਉਹਨੂੰ ਦਬਾਏ, ਬਲਕਿ ਉਹਨਾਂ ਦਾ ਹੌਸਲਾ ਵਧਾਏ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹ ਮੇਰਾ ਫੋਨ ਹੈਗਾ ਜੀ, ਮੇਰਾ ਇੱਕ ਸਰਵਿਸ ਪ੍ਰੋਵਾਈਡਰ ਹੈ, ਇਹਦੇ ਕੰਪੀਟੀਟਰ ਵੀ ਹੈਗੇ ਸਨ, ਮਤਲਬ ਏਅਰਟੈਲ ਹੈ, ਵੋਡਾਫੋਨ ਹੈ, ਇਹ ਸਾਰੇ ਨਾ ਮਤਲਬ ਕੰਪੀਟੀਟਰ ਵੀ ਹੈਗੇ ਸਨ। ਸਾਰਿਆਂ ਨੇ ਆਪਣੇ ਆਪਣੇ ਪੈਕੇਜ ਮੈਨੂੰ ਵਿਖਾਏ। ਮੈਂ ਏਅਰਟੈਲ ਦਾ ਪੈਕੇਜ ਚੁਣਿਆ ਜੀ, ਠੀਕ ਹੈ। ਇਹਦਾ ਮਤਲਬ ਉਹ ਮੇਰਾ ਸਰਵਿਸ ਪ੍ਰੋਵਾਈਡਰ ਹੈ, ਮੈਂ ਉਹਦੇ 'ਤੇ ਯਕੀਨ ਕੀਤਾ ਹੈ। ਸਰਕਾਰਾਂ ਵੀ ਇੱਕਦਮ ਸਰਵਿਸ ਪ੍ਰੋਵਾਈਡਰ ਹੁੰਦੀਆਂ ਔਰ ਕੁਛ ਨਹੀਂ ਹੁੰਦੀਆਂ। ਮੈਂ ਟੈਕਸ ਦੇ ਜ਼ਰੀਏ ਪੈਸਾ ਦੇਣਾ ਆਪਣਾ, ਵੋਟ ਦੇ ਜ਼ਰੀਏ ਭਰੋਸਾ ਦੇਣਾ ਆਪਣਾ, ਠੀਕ ਹੈ, ਕਿ ਤੁਸੀਂ ਮੇਰੀ ਜ਼ਿੰਦਗੀ ਬਿਹਤਰ ਬਣਾਓਗੇ। ਇਹ ਨਹੀਂ ਕਿ ਤੁਸੀਂ ਹੋਰ ਨਰਕ ਕਰ ਦਿਓਗੇ ਮੇਰੀ ਜ਼ਿੰਦਗੀ ਦਾ। ਸਰਕਾਰਾਂ ਦਾ ਜਿਹੜਾ ਪੈਕੇਜ ਹੁੰਦਾ ਹੈ ਉਹ ਮੈਨੀਫੈਸਟੋ ਦੀ ਸ਼ਕਲ 'ਚ ਹੁੰਦਾ ਹੈ। ਕਾਂਗਰਸ ਦਾ ਵੀ ਹੋਏਗਾ, BJP ਦਾ ਵੀ ਹੋਏਗਾ, ਸਭ ਦਾ ਹੋਏਗਾ, ਆਮ ਆਦਮੀ ਪਾਰਟੀ ਦਾ ਵੀ। ਮੈਂ ਪੜ੍ਹਾਂਗਾ ਸਾਰੇ ਮੈਨੀਫੈਸਟੋ, ਅੱਛਾ ਵੀ ਮੈਨੂੰ ਇਹ ਪੈਕੇਜ ਚੰਗਾ ਲੱਗਦਾ ਹੈ BJP ਵਾਲਾ, तो मैं अपना भरोसा दे रहा, ट्रस्ट दे रहा है, एल वोट मेरा, ते आ लो पैसे मेरे तो टैक्स, मेरी ज़िंदगी बेहतर बनाओ। ਇੱਥੇ ਇੱਕਦਮ ਹੀ ਉਲਟਾ ਹੋ ਰਿਹਾ। ਲੋਕਡਾਊਨ ਵਿੱਚ ਮਤਲਬ ਕੋਈ ਮਦਦ ਨਹੀਂ। ਹਾਂ ਅੱਛਾ, ਫਿਰ ਲੋਕਡਾਊਨ ਤੋਂ ਬਾਅਦ ਇਹ ਆਪਣਾ ਕੀ ਕਹਿੰਦੇ ਆ, ਜੋ ਕੋਵਿਡ ਆਇਆ ਸੀ ਜਨਵਰੀ 'ਚ ਆਇਆ ਸੀ ਪਹਿਲਾ ਕੇਸ, 30 ਜਨਵਰੀ ਨੂੰ, ਤੁਸੀਂ ਫਰਵਰੀ ਸਾਰੀ ਲਗਾਤੀ ਉਹ ਕੇਮ ਛੋ ਟਰੰਪ ਕਰਨ 'ਚ। That was the time when thousands of people came from all over the world and just merged and mingled with the local population. We don't know who all were they, were they carriers or not. ਸਾਨੂੰ ਨਹੀਂ ਪਤਾ ਕਿ ਮਤਲਬ ਹਾਂ ਤੁਸੀਂ ਵਕਤ 'ਤੇ ਖੜੇ ਹੁੰਦੇ ਨਹੀਂ, ਬਾਅਦ ਵਿੱਚ ਲੇਟ ਐਕਸ਼ਨ ਲੈਂਦੇ ਹੋ, ਫਿਰ ਉਹਨੂੰ ਵੀ ਨਾ ਆਪਣੀ ਕੁਆਲੀਫਿਕੇਸ਼ਨ ਬਣਾਉਂਦੇ ਹੋ। ਹੁਣ ਸੀਰਮ ਇੰਸਟੀਚਿਊਟ ਨੇ ਬਣਾਇਆ ਬਈ, ਸਿੱਧਾ ਸਾਦਾ ਸਾਲਾਂ ਸਾਲ ਤੋਂ ਬਣਾਉਂਦੇ ਆ ਰਹੇ ਨੇ, ਤੁਸੀਂ ਕਿਉਂ ਕ੍ਰੈਡਿਟ ਲੈ ਰਹੇ ਹੋ? ਬਿਲਕੁਲ। ਜੇ ਬ੍ਰਾਜ਼ੀਲ ਜਾ ਰਹੀਆਂ ਨੇ ਜਾਂ ਮੈਕਸੀਕੋ ਜਾ ਰਹੀਆਂ ਨੇ ਵੈਕਸੀਨਸ, ਤੇ ਸੀਰਮ ਵਾਲੇ ਫ੍ਰੀ ਥੋੜ੍ਹੀ ਦੇ ਰਹੇ ਨੇ, ਉਹਨਾਂ ਦੇ ਤਾਂ ਸਰਕਾਰਾਂ ਨਾਲ ਵੀ ਕੰਟਰੈਕਟ ਹੈਗੇ ਨੇ ਪੂਰੀ ਦੁਨੀਆ 'ਚ, ਪ੍ਰਾਈਵੇਟ ਕੰਪਨੀਆਂ ਨਾਲ ਵੀ ਹੈਗੇ ਨੇ। ਇਹਦੇ ਪੈਸੇ ਕੌਣ ਦੇ ਰਿਹਾ ਪਹਿਲਾਂ ਮੈਨੂੰ ਦੱਸੋ? ਪੈਸੇ ਤਾਂ ਹੋਣਗੇ ਨਾ ਇਨਵੋਲਵਡ,
ਬਿਲਕੁਲ सरकार तो नहीं दे रही मेरे ख्याल, या दे रही है, सरकार फैसिलिटेट कर रही है कि प्रायोरिटी इन्होंने दे दो। तो लै दे के सारा मैस जोड़ा होया ना गवर्नेंस का, कि काम करना आंदा नहीं है, वो जाहिर हो गया। लोगों को हुण समझ आ रहा है, जो बजट घट हो रहे हैं, लोगों के घरों के बजट घट हो रहे हैं, खर्चे घट हो रहे हैं, नौकरियां चलियां गई, इन्ने सारे बिजनेस बंद हो गए। सारे गवांढी मुल्क जिन्ने हैगे ने, रिश्ते वेख लो किहो ਜਿਹੇ रिश्ते ने साढ़े। तो ਜਿਹੜਾ कोई आवाज़ चुके ਉਹਨੂੰ फिर वो देशद्रोही है जी। मैं देशद्रोही बैठा ਤੁਹਾਡੇ सामने। मेरे तो सैडिशन का केस होया सी मई 'ਚ, हाल तक चल रहा, जजमेंट रिजर्वड है। होर जर्नलिस्टां ते भी होया हुणे हाल ही 'ਚ ही, ਇਹ ਮਨਾਲ ਪਾਂਡੇ, ਰਾਜਦੀਪ ਵਗੈਰਾ ਤੇ। ਪਰ ਮੈਂ ਲੋਕਾਂ ਨੂੰ ਦੱਸਿਆ ਮੈਂ ਪਦਮ ਸ਼੍ਰੀ ਦੇ ਨਾਲ ਗੱਲਬਾਤ ਕਰ ਰਿਹਾ। ਪਦਮ ਸ਼੍ਰੀ ਦੇਸ਼द्रोही। ਪਰ ਇਸ ਐਜੀਟੇਸ਼ਨ ਤੇ ਵਾਪਸ ਆਉਣਾ, ਐਜੀਟੇਸ਼ਨ ਦੇ ਵਿੱਚੋਂ ਪੰਜਾਬ ਹਰਿਆਣਾ ਨੂੰ ਜੇ ਮੈਂ ਮੰਨਫੀ ਕਰਦਾ, ਜੇ ਕੱਢ ਦਿੰਨਾ, ਤਾਂ ਫਿਰ ਤੁਸੀਂ ਐਜੀਟੇਸ਼ਨ ਦੀ ਕਿਸਮਤ, ਐਜੀਟੇਸ਼ਨ ਦਾ ਫੇਟ ਕੀ ਦੇਖਦੇ ਹੋ ਕਿ ਇੱਥੋਂ ਤੱਕ ਹੀ ਸੀਮਤ ਹੈ ਇਹ? ਦੇਖੋ, ਪਹਿਲੀ ਗੱਲ ਤਾਂ ਇਹ ਐਜ਼ੰਪਸ਼ਨ ਤੁਹਾਡੀ ਹੈਗੀ ਕਿ ਪੰਜਾਬ ਹਰਿਆਣਾ ਨੂੰ ਕੱਢ ਦਿੰਦੇ ਆ। ਪੰਜਾਬ ਹਰਿਆਣਾ ਨੂੰ ਜੇ ਕੱਢ ਦਿੱਤਾ ਤਾਂ ਅਸਲੀ ਜਾਨ ਤਾਂ ਚਲੀ ਗਈ ਨਾ ਫਿਰ। ਬਾਕੀ ਅਸਲੀ ਜਾਨ ਤਾਂ ਉਸ ਤੋਂ ਬਾਅਦ ਇਹ ਵੈਸਟਰਨ ਯੂਪੀ ਦੀ ਹੈ, ਰਾਕੇਸ਼ ਟਿਕੈਤ ਵਗੈਰਾ, ਹੈ ਨਾ। ਤੇ ਜਿਹੜੀ ਲੀਡ ਲਿੱਤੀ ਪੰਜਾਬ ਨੇ ਲਿੱਤੀ ਹੈ, ਉਸ ਤੋਂ ਬਾਅਦ ਹਰਿਆਣਾ ਆਇਆ ਨਾਲ, ਠੀਕ ਹੈ, ਉਸ ਨਾਲ ਫਿਰ ਵੈਸਟਰਨ ਯੂਪੀ ਆ ਗਿਆ, ਆਪਣਾ ਰਾਕੇਸ਼ ਟਿਕੈਤ ਵਾਲਾ, ਉੱਤਰਾਖੰਡ ਵਾਲੇ ਆ ਗਏ। ਇਹਦੀ ਵਜ੍ਹਾ ਕੀ ਹੈ? ਇਹ ਤਾਂ ਕੋਸ਼ਿਸ਼ ਹੈ ਨਾ ਇਹਨਾਂ ਦੀ ਕਿ ਇਹ ਸਿੱਖਾਂ ਦਾ ਹੈ ਜੀ, ਇਹ ਸਿਰਫ ਪੰਜਾਬੀਆਂ ਦਾ ਹੈ ਜੀ। ਤੁਹਾਨੂੰ ਲੱਗਦਾ ਸਿਰਫ? ਬਿਲਕੁਲ ਨਹੀਂ, ਬਿਲਕੁਲ। ਮੈਂ ਤਾਂ ਕਹਿ ਰਿਹਾ ਨਾ, ਕਿਸਾਨ ਦੀ ਜ਼ਾਤ, ਕਿਸਾਨ ਦਾ ਧਰਮ ਕਿਸਾਨੀ ਹੈ ਸਿਰਫ। ਚੋਟ ਤਾਂ ਸਾਰਿਆਂ ਨੂੰ ਬਰਾਬਰ ਪਹੁੰਚੇਗੀ ਨਾ। MSP ਕੀ ਹੈ? MSP ਗਾਰੰਟੀ ਹੈ ਨਾ ਸਿਰਫ ਕਿ ਇੰਨਾ ਮਿਨੀਮਮ ਪ੍ਰਾਈਸ ਹੈ। MSP ਇਹ ਤਾਂ ਨਹੀਂ ਕਹਿੰਦਾ ਕਿ ਸਰਕਾਰ ਖਰੀਦੇਗੀ ਵੀ। ਇਹ ਤਾਂ ਇੱਕ ਪ੍ਰੋਟੈਕਟਿਵ ਸ਼ੀਲਡ ਹੈਗੀ ਹੈ ਕਿ ਭਈ ਇਸ ਤੋਂ ਘੱਟ ਨਹੀਂ ਵੇਚਣਾ ਤੁਸੀਂ। ਇਹਦਾ ਮਤਲਬ ਇਹ ਨਹੀਂ ਕਿ ਸਰਕਾਰ ਹੀ ਚੁੱਕੇਗੀ ਸਾਰਾ, ਇਹ ਕਮਿਟਮੈਂਟ ਕਿੱਥੇ ਦੀ ਹੈਗੀ। ਤੁਸੀਂ ਉਹ ਸ਼ੀਲਡ ਨੂੰ ਵੀ ਹਟਾ ਦਿੱਤਾ। ਹਾਂ, ਐਸੈਂਸ਼ੀਅਲ ਕਮੋਡਿਟੀਜ਼ ਐਕਟ ਨੂੰ ਤੁਸੀਂ ਚੇਂਜ ਕਰਕੇ ਇੰਨੀ ਜ਼ਿਆਦਾ ਸਟੋਰੇਜ ਦੀ ਤੁਸੀਂ ਮਤਲਬ ਅਲਾਓ ਕਰਤਾ। ਜਿਹੜੇ ਵੱਡੇ ਵੱਡੇ ਹੁਣ ਹੈਗੇ ਨੇ, ਹਮ ਦੋ ਹਮਾਰੇ ਦੋ ਕਹਿ ਰਹੇ ਸੀ ਰਾਹੁਲ ਗਾਂਧੀ, ਅਡਾਨੀ ਨੇ ਤਾਂ ਇਹਨੇ ਵੱਡੇ ਵੱਡੇ ਸਾਈਲੋਜ਼ ਬਣਾ ਹੀ ਰੱਖੇ ਪਹਿਲੇ ਜੀ, ਹਿਮਾਚਲ ਵਿੱਚ ਵੀ ਅਤੇ ਪੰਜਾਬ ਵਿੱਚ ਵੀ, ਹੈ ਨਾ। ਹੁਣ ਤੁਸੀਂ ਕੋਈ ਲਿਮਿਟ ਤਾਂ ਹੈ ਨਹੀਂ ਸਟੋਰੇਜ 'ਤੇ। ਉਹ ਛੋਟਾ ਕਿਸਾਨ ਤਾਂ, ਛੋਟਾ ਤਾਂ ਜਿਹੜਾ ਹੈਗਾ ਵਪਾਰੀ, ਉਹ ਤਾਂ ਬਾਹਰ ਹੀ ਹੋ ਗਿਆ ਇੱਕਦਮ। ਕੌਂਟਰੈਕਟ ਫਾਰਮਿੰਗ, ਉਹਦੇ 'ਚ ਤੁਸੀਂ ਇਹ ਕਹਿ ਰਹੇ ਹੋ ਕਿ ਮਤਲਬ ਜ਼ਮੀਨ ਕੁਰਕ ਨਹੀਂ ਕੀਤੀ ਜਾਏਗੀ, ਲੇਕਿਨ ਲੈਂਡ ਰੈਵਨਿਊ ਦੇ ਜਿਹੜੇ ਮੇਜਰਸ ਨੇ ਉਹ ਲੱਗਣਗੇ। ਇਹਦਾ ਕੀ ਮਤਲਬ ਹੋਇਆ? ਕੁਰਕ ਹੀ ਹੁੰਦਾ ਇਹਦਾ ਮਤਲਬ ਵੀ, ਉਹ ਮੇਜਰਸ ਲੱਗਣਗੇ। ਅਦਾਲਤ ਤੁਸੀਂ ਨਹੀਂ ਜਾ ਸਕਦੇ ਹੋ, ਬਿਲਕੁਲ, ਹੈਂ। ਔਰ ਤੁਸੀਂ ਪੁੱਛਿਆ ਵੀ ਨਹੀਂ ਜਿਨ੍ਹਾਂ ਨਾਲ ਤੁਸੀਂ 12-11 ਦੌਰ ਦੀ ਗੱਲਬਾਤ ਕੀਤੀ ਹੈ, ਹਾਂ, ਕਿਉਂ ਕੀਤੀ ਹੈ? ਉਹਨਾਂ ਨੂੰ ਤਾਂ ਪੁੱਛਿਆ ਸੀ ਜਦੋਂ ਬਣ ਰਿਹਾ ਸੀ ਇਹ ਸਾਰਾ। ਜਿਹੜੇ ਵੀ ਸਟੇਕ ਹੋਲਡਰ ਜਿੰਨੇ ਵੀ ਹੈਗੇ ਨੇ, ਉਹਨਾਂ ਤੋਂ ਪੁੱਛੇ ਬਗੈਰ, ਆਪੋਜੀਸ਼ਨ ਨੂੰ ਨਾਲ ਲਿੱਤੇ ਬਗੈਰ, ਕਿਸੇ ਪਾਰਲੀਮੈਂਟਰੀ ਸਿਲੈਕਟ ਕਮੇਟੀ ਨੂੰ ਜਾਂ ਸਟੈਂਡਿੰਗ ਕਮੇਟੀ ਨੂੰ ਭੇਜੇ ਬਗੈਰ ਤੁਸੀਂ ਇੱਕਦਮ ਗਲੇ ਤੋਂ ਉਤਾਰ ਦਿਓ ਕਿਸੇ ਦੇ ਇੰਝ, ਤੇ ਇਹ ਦਿਸ ਇਜ਼ ਨਾਟ ਗਵਰਨੈਂਸ। ਤਾਂ ਜਦੋਂ ਪ੍ਰਧਾਨ ਮੰਤਰੀ ਸੰਸਦ 'ਚ ਕਹਿੰਦੇ ਆ ਕਿ MSP ਰਹੂਗੀ, ਸੀ ਹੈ, ਤਾਂ ਵਿਸ਼ਵਾਸ ਕਿਉਂ ਨਹੀਂ ਕਿਸਾਨ ਨੂੰ ਹੋ ਰਿਹਾ? ਤੁਹਾਨੂੰ ਕੀ ਲੱਗਦਾ? ਬਈ ਮੈਂ ਤਾਂ ਪਹਿਲਾ ਸਵਾਲ ਮੈਂ ਇਹੋ ਪੁੱਛਿਆ ਸੀ ਆਪਣੇ ਸ਼ੋਅ 'ਚ, ਮੈਂ ਕਿਹਾ ਜੇ MSP ਥੀ ਹੈ ਰਹੇਗੀ ਤਾਂ ਕਾਨੂੰਨ ਬਣਾ ਦਿਓ। ਫਿਰ ਤੁਹਾਨੂੰ ਦਿੱਕਤ ਕੀ ਹੈ ਕਾਨੂੰਨ ਬਣਾਉਣੇ 'ਚ? ਤੁਸੀਂ ਵਰਬਲ ਕਿਉਂ ਕਹਿ ਰਹੇ ਹੋ ਸਿਰਫ ਜ਼ੁਬਾਨੀ ਤੌਰ 'ਤੇ? ਜੇ ਤੁਸੀਂ ਇੰਨੇ ਹੀ ਮਤਲਬ ਕਲੀਅਰ ਹੈਗੇ ਹੋ ਔਰ ਪ੍ਰੋਮਿਸ ਕਰ ਰਹੇ ਹੋ, ਕਾਨੂੰਨ ਬਣਾ ਦਿਓ, ਖਤਮ ਹੋਈ ਗੱਲ। ਰਾਹੁਲ ਗਾਂਧੀ ਨੇ ਜਿਸ ਤਰ੍ਹਾਂ ਕਿਹਾ ਕਿ 2 ਮਿੰਟ ਦਾ ਮੌਨ ਰੱਖੋ, ਪਰ BJP ਦੇ ਸਾਂਸਦ ਉੱਥੇ ਬੋਲਦੇ ਰਹੇ ਹੈ, ਇਹ ਵੀ ਇਨਸੈਂਸਿਟਿਵ ਹੈ ਤੁਹਾਨੂੰ ਲੱਗਦਾ? ਦੋ ਗੱਲਾਂ ਨੇ ਇਹਦੇ 'ਚ। ਪਹਿਲੀ ਗੱਲ ਤਾਂ ਰਾਹੁਲ ਗਾਂਧੀ ਸਪੀਕਰ ਨਹੀਂ ਹੈਗੇ ਜੋ ਉਹ ਫੈਸਲਾ ਕਰਨ ਕਿ ਉਹ ਕੰਡਕਟ ਕਰਨਗੇ। ਕਾਇਦੇ ਨਾਲ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਸਪੀਕਰ ਨੂੰ कि मैं आपसे आग्रह करता हूँ या जो 2 मिनट का मौन उन किसानों के लिए रखा जाए, आप 2 मिनट का मौन रखवा दीजिए। कंडक्ट तो स्पीकर ही कर रहे ना पार्लीमेंट में, राहुल गांधी तो नहीं कर पाए। ਉਹਦੀ ਤਾਕਤ ਤੁਸੀਂ ਆਪਣੇ ਹੱਥ 'ਚ ਲੈ ਕੇ ਕਹਿੰਦੇ ਹੋ ਕਿ 2 ਮਿੰਟ ਦਾ ਮੌਨ ਰੱਖੋ, ਇਹ ਗਲਤ ਹੈ, ਇੱਕ ਅਨਕੌਂਸਟੀਟਿਊਸ਼ਨਲ ਹੈ। ਲੇਕਿਨ ਕਿਸਾਨਾਂ ਨੂੰ ਯਾਦ ਕਰਨਾ, ਜਿਨ੍ਹਾਂ ਨੂੰ ਲੈ ਕੇ ਇੱਕ ਲਫ਼ਜ਼ ਨਹੀਂ ਬੋਲਿਆ ਸਾਡਾ ਪ੍ਰਧਾਨ ਮੰਤਰੀ, ਔਰ ਮੌਨ ਰੱਖਣਾ ਆਪਣੇ ਆਪ ਵਿੱਚ ਇੱਕ ਬਹੁਤ ਹੀ ਸੈਂਸਿਟਿਵ, ਬਹੁਤ ਹੀ ਸਹੀ
ਮਤਲਬ ਇਹ ਜੈਸਚਰ ਹੈਗਾ ਔਰ ਇੱਕ ਮੈਂ ਕੀ ਕਹਾਂ ਜੈਸਚਰ ਤੋਂ ਵੀ ਅੱਗੇ ਵੱਧ ਕੇ ਹੈਗਾ, ਮਤਲਬ ਇੱਕ ਮੈਸੇਜ ਹੈਗਾ, ਸੰਦੇਸ਼ ਹੈਗਾ ਪੂਰਾ ਕਿ ਇੰਨੇ ਲੋਕ ਮਰੇ ਨੇ, ਠੀਕ ਹੈ ਨਾ, 200 ਤੋਂ ਜ਼ਿਆਦਾ, ਔਰ ਇੱਥੇ ਕੋਈ ਚੂੰ ਤੱਕ ਨਹੀਂ, ਇੱਕ ਲਫ਼ਜ਼ ਨਹੀਂ ਕੋਈ ਬੋਲ ਰਿਹਾ। ਉਹ ਗੱਲ ਮੈਨੂੰ ਬੜੀ ਚੰਗੀ ਲੱਗੀ, ਸੈਂਸਿਟਿਵ ਲੱਗੀ, ਲੇਕਿਨ ਕਾਇਦਾ ਇਹ ਕਹਿੰਦਾ ਕਿ ਤੁਸੀਂ ਸਪੀਕਰ ਦੇ ਜ਼ਰੀਏ ਕਰਵਾਉਣਾ ਸੀ, ਹੋਣਾ ਚਾਹੀਦਾ ਸੀ, ਹੋਇਆ, ਬੜੀ ਚੰਗੀ ਗੱਲ ਹੈ, ਲੇਕਿਨ ਥਰੂ ਸਪੀਕਰ ਹੁੰਦਾ ਤਾਂ ਚੰਗਾ ਸੀ। ਬਾਕੀ ਜਿਹੜੇ ਬੀਜੇਪੀ ਵਾਲੇ ਸ਼ੋਰ ਮਚਾ ਰਹੇ ਸਨ, ਉਹ ਕੋਈ ਹੈਰਾਨੀ ਹੁੰਦੀ ਹੁਣ? ਉਹਨਾਂ ਦਾ ਚਾਲ ਚਰਿੱਤਰ ਚਿਹਰਾ ਬੀਜੇਪੀ ਦਾ ਨਾਰਾ ਹੁੰਦਾ ਸੀ, ਚਾਲ ਵੀ ਚਰਿੱਤਰ ਵੀ ਚਿਹਰਾ ਵੀ ਆ ਗਿਆ ਸਾਹਮਣੇ ਨਾ ਇੱਕਦਮ ਕਿ ਅਸਲੀ ਇਹ ਹੈਗੀ। ਰਾਮ ਮੰਦਰ ਨਾਂ ਤੇ ਚੰਦਾ ਮੰਗੋ, ਐਕਸਟੋਰਸ਼ਨ ਹੈ ਉਹ, ਜਿਹੜਾ ਨਹੀਂ ਦਿੰਦਾ ਨੋਟ ਕਰਦੇ ਜਾ ਰਹੇ ਤੁਸੀਂ, ਠੀਕ ਹੈ ਨਾ। ਮਤਲਬ ਇਹ ਕੀ ਮਜ਼ਾਕ ਚੱਲ ਰਿਹਾ ਮੁਲਕ ਵਿੱਚ। ਲਾਲ ਕਿਲੇ ਦੀ ਘਟਨਾ ਨੇ ਤੁਹਾਨੂੰ ਲੱਗਦਾ ਹੈ ਕਮਜ਼ੋਰ ਕੀਤਾ ਐਜੀਟੇਸ਼ਨ? 26 ਜਨਵਰੀ ਤੋਂ ਬਾਅਦ ਐਜੀਟੇਸ਼ਨ ਕਿਤੇ ਕਮਜ਼ੋਰ ਹੋਇਆ? ਦੇਖੋ ਦੋ ਗੱਲਾਂ ਮੈਂ ਤੁਹਾਨੂੰ ਦੱਸਾਂ, ਇੱਕ ਤਾਂ ਇਹਨਾਂ ਦਾ ਪ੍ਰੋਪੇਗੈਂਡਾ ਜਿਹੜੀ ਮਸ਼ੀਨਰੀ ਹੈ ਬਹੁਤ ਬਹੁਤ ਹੀ ਇਫੈਕਟਿਵ ਹੈਗੀ ਹੈ, ਠੀਕ ਹੈ। ਮਤਲਬ ਇੱਕ ਜਗ੍ਹਾ ਤੇ ਕੋਈ, ਮਤਲਬ ਤੁਸੀਂ ਦੇਖਿਆ ਉਹਨਾਂ ਨੇ ਪਕੜੇ ਵੀ ਜਾਂਦੇ ਨੇ, ਹੈਗੇ ਤਾਂ ਬੁਨਿਆਦੀ ਤੌਰ ਤੇ ਮਤਲਬ ਤੰਗ ਦਿਮਾਗ, ਛੋਟੇ ਦਿਮਾਗ ਦੇ ਲੋਕ ਨੇ ਨਾ, ਪਕੜੇ ਵੀ ਜਾਂਦੇ ਨੇ ਕਿ ਇੱਕੋ ਟਵੀਟ ਬਣਾਇਆ, ਉਹਨੂੰ ਰਿਲੀਜ਼ ਕਰ ਦਿੱਤਾ, ਉਹ 20 ਬੰਦੇ ਇੱਕੋ ਟਵੀਟ ਕਰ ਰਹੇ ਆਪਣੇ ਆਪਣੇ ਨਾਂ ਤੋਂ। ਲੇਕਿਨ ਫਿਰ ਵੀ ਇੱਕ ਵਾਰੀ ਤੁਸੀਂ ਕਰ ਦਿੱਤਾ, ਉਹ ਇੰਨੇ ਸਾਰੇ ਗਰੁੱਪਸ ਵਿੱਚ ਪਹੁੰਚ ਗਿਆ, ਜਗ੍ਹਾ ਜਗ੍ਹਾ ਤੇ ਫੈਲ ਤਾਂ ਗਿਆ ਨਾ। ਤੇ ਇਹਨਾਂ ਦਾ ਪ੍ਰੋਪੇਗੈਂਡਾ ਮਸ਼ੀਨਰੀ ਬਹੁਤ ਜ਼ਬਰਦਸਤ ਹੈ। ਲਾਲ ਕਿਲੇ ਦੀ ਜਿਹੜੀ ਗੱਲ ਹੈਗੀ ਹੈ, ਐਜੀਟੇਸ਼ਨ ਨਾਲ ਮੈਂ ਇਹ ਨਹੀਂ ਕਹਾਂਗਾ ਕਿ ਕਮਜ਼ੋਰ ਹੋਇਆ, ਉਹਨੂੰ ਝਟਕਾ ਜ਼ਰੂਰ ਲੱਗਾ ਹੈ, ਠੀਕ ਹੈ। ਔਰ ਇਹ ਨੈਰੇਟਿਵ ਕਿ ਜਿਹੜਾ ਦੀਪ ਸਿੱਧੂ ਸੀ ਔਰ ਦੂਜਾ ਕੌਣ, ਲੱਖਾ ਸਿਧਾਣਾ, ਇਹਨਾਂ ਨੂੰ ਜਿਸ ਨਿਗਾਹ ਨਾਲ ਜ਼ਿਆਦਾ ਦੇਖਿਆ ਜਾਣਾ ਚਾਹੀਦਾ ਸੀ ਕਿ ਇਹਨਾਂ ਨੇ ਸੈਬੋਟਾਜ ਕੀਤਾ ਹੈ, ਉਹ ਗੱਲ ਪੂਰੀ ਤਰ੍ਹਾਂ ਹੋ ਨਹੀਂ ਪਾਈ ਹੈ। ਮੈਨੂੰ ਲੱਗਦਾ ਹੈ ਇਹ ਮੈਸੇਜ ਪੂਰੀ ਤਰ੍ਹਾਂ ਗਿਆ ਨਹੀਂ ਹੈ ਕਿ ਸਰਕਾਰ ਦੇ ਸੈਬੋਟੇਅਰਸ ਹੈਗੇ ਸਨ, ਉਹਨਾਂ ਨੇ ਆ ਕੇ ਸੈਬੋਟਾਜ ਕੀਤਾ ਹੈ, ਪੂਰੀ ਤਰ੍ਹਾਂ ਨਹੀਂ ਜਾ ਸਕੀ ਹੈ। ਥੋੜਾ ਮੈਨੂੰ ਇਹ ਲੱਗਾ ਕਿ ਡਿਸਕਰੇਜਮੈਂਟ ਆ ਗਈ ਨਾ। ਉਹ ਡਿਸਕਰੇਜਮੈਂਟ ਹੁਣ ਇਹੋ ਜਿਹੀ ਚੀਜ਼ ਹੁੰਦੀ ਜਿਹੜੀ ਜਾਰਜ ਬਰਨਰਡ ਸ਼ਾਅ ਨੇ ਕਿਧਰੇ ਲਿਖਿਆ, ਦੇयर इज अ डेडली डिजीज़ कॉल्ड डिस्करेजमेंट। सो डिस्करेजमेंट इज़ अ डेडली डिजीज़। हौसला बनाए रखना बहुत ज़रूरी होंदा है। मुसीबत आंदियां ने ठीक है, विकी जाएगी, सामना करता बंदा। तो इत्थे मैंने लगा कि थोड़ा डिस्करेजमेंट होया। और तीजे मतलब लेकिन जिस तरह मैं पहले कहा कि सिविल एक खामोश नाफरमानी है, जे बॉर्डर्स दे उत्ते थोड़ा डिस्करेजमेंट होया, स्पैशली सिंघू बॉर्डर ते टिकरी ते। बाकी जगह तो नहीं होया ना, बाकी जगह तो फिर महापंचायतां भी हो गई, वो फैलनियां शुरू हो गई। तुसीं एक मोटी मोटी गल समझो, जिन्ना सरकार जिन्ना भी डिनाइल जाती रहे, उन्होंने यह सोचा सी कि गल इत्थों तक पहुँच जाएगी। पहले पंजाब में हो रहा 2 महीने पे ने पे रहन दो, इग्नोर करो, ठीक है ना। उस तो बाद जो इत्थे आना शुरू होए, फिर नींद खुल रही है इन्हों की, फिर वो कॉलेज लेवल की पॉलिटिक्स, क्या वो बात करो, जो बात ही करनी है तो उस वक्त क्यों नहीं की जो तुम बना रहे हो सारे बिल वगैरह। तो तुहानूं लगदा गलबात तो कुछ निकलूगा नहीं? बई पोजीशनस बड़ी क्लीयर ने, पोजीशनस बड़ी क्लीयर है ना। उन्हों की जिद है कि असीं नहीं वापस लाँगे, क्यों? क्योंकि उन्होंने विजन दूजा है एकदम कि सारा जिहड़ा मिक्सड इकोनॉमी की गल तो हो रही हुण भी, पंडित नेहरू ने भी इहो कीता सी, जिहड़ा प्रधानमंत्री ने बोलिया उस दिन की सब कुछ IAS ही करेंगे क्या, प्राइवेट सेक्टर का मजाक नहीं हम सहेंगे, उनका भी कॉन्ट्रीब्यूशन है। तो पहला 5 ईयर प्लान जिहड़ा हैगा सी उहनूं बनाउण विच JRD टाटा ते GD बिरला नाल सरकार दे प्रोफैसर महानलोक बीस इकोनॉमिस्ट तिन्हां ने मिल के बनाया सी पहला ड्राफ्ट उहदा, उहनूं बैम्बूला प्लान भी कहंदे है। तो शुरू तो ही मिक्सड इकोनॉमी रही है इत्थे तां। टाटा किवें टाटा बनिया, बिल्कुल बिरला किवें बिरला बनिया, और बाकी किर्लोस्कर होए और भी हो जिन्हें, रिलायंस किवें रिलायंस बड़ी, प्राइवेट प्लेयर्स रहे ने ना, यह कोई नवी गल थोड़ी कि प्राइवेट प्लेयर्स भी मतलब। तो मैंने तो यह लगता कि इस वक्त जो मैनू लग रहा है कि यह पोजीशंस बड़ियां स्ट्रोंग ने, किसानों वालों भी तो सरकार वालों भी। तो तुहानूं लगदा सरकार रिपील नहीं करूगी? देखो सरकार का काम है अंदरों अंदरों तोड़ो मैनू, और कुछ हद तक उन्होंने करके विखाया भी है, चाहे वो भानू फैक्शन हो थोड़ा भारतीय किसान यूनियन का, उस तो अलावा मतलब कह दो कि ये तो सिर्फ पंजाब हरियाणा का है,
ਇਹ ਤਾਂ ਸਿਰਫ ਖਾਲਿਸਤਾਨੀ ਹੈ। ਉਧਰੋਂ ਯੂਪੀ ਨੂੰ ਅਲੱਗ ਕਰ ਦਿਓ, ਹਿੰਦੀ ਹਾਰਟਲੈਂਡ ਨੂੰ ਅਲੱਗ ਕਰ ਦਿਓ, ਮਤਲਬ ਇੱਕ ਤਰ੍ਹਾਂ ਤੋਂ ਸਮਝ ਰਹੇ ਹੋ ਨਾ। ਤੇ ਲੇਕਿਨ ਇਹ ਚੱਲ ਨਹੀਂ ਰਿਹਾ, ਮੈਨੂੰ ਲੱਗਦਾ ਨਹੀਂ ਹੈ, ਕਿਉਂਕਿ ਇੱਥੋਂ ਤੱਕ ਵੀ ਪਹੁੰਚ ਗਈ ਹੈ ਗੱਲ। ਬਹੁਤ ਵੱਡੀ ਗੱਲ ਹੈ ਕਿ ਤੁਸੀਂ ਪੂਰੀ ਦਿੱਲੀ ਬੈਰੀਕੇਡ ਕਰਤੀ। ਤੇ ਇਹਦਾ ਮਤਲਬ ਤੁਹਾਨੂੰ ਉਮੀਦ ਨਹੀਂ ਸੀ ਨਾ ਕਿ ਇੱਥੋਂ ਤੱਕ ਗੱਲ ਪਹੁੰਚੇਗੀ। ਤੁਹਾਨੂੰ ਉਮੀਦ ਸੀ ਕਿ ਹਾਂ ਜੀ ਗੱਲਬਾਤ ਕਰਾਂਗੇ ਆਪਸ ਵਿੱਚ, ਕੁਛ ਹਾਂ ਚੇਂਜਸ ਕਰ ਦਾਂਗੇ, ਕੁਛ ਡੈਫਰ ਕਰ ਦਾਂਗੇ ਅਸੀਂ 1.5 ਸਾਲ ਲਈ, ਉਹ ਫਿਰ ਮੰਨ ਜਾਣਗੇ, ਸਾਰੇ ਵਾਪਸ ਲੈ ਜਾਣਗੇ। ਇਹਨਾਂ ਦਾ ਇੰਟਰਸਟ ਹੈਗਾ ਕਿ ਵਾਪਸ ਲੈ ਜਾਓ, ਕਿਉਂਕਿ ਇਹੋ ਜਿਹਾ ਇਕੱਠ ਪੂਰੀ ਦੁਨੀਆ 'ਚ ਪਹਿਲੀ ਵਾਰੀ ਹੋ ਰਿਹਾ ਮੇਰੇ ਹਿਸਾਬ ਨਾਲ ਤਾਂ। ਤੁਸੀਂ ਨਹੀਂ ਦੇਖਿਆ ਆਪਣੀ ਜਰਨਲਿਸਟਿਕ ਮੈਨੂੰ ਨਹੀਂ ਜਰਨਲਿਸਟਿਕ ਕਰੀਅਰ ਤਾਂ ਮੈਂ ਨਹੀਂ ਕਹਾਂਗਾ, ਮੈਂ ਵੇਖਿਆ। ਮੈਂ ਸੰਨ 87 ਦੀ ਗੱਲ ਹੈਗੀ ਹੈ, 88 'ਚ ਮਹਿੰਦਰ ਸਿੰਘ ਟਿਕੈਤ ਆਇਆ ਸੀ ਬੋਟ ਕਲੱਬ ਜੀ, 4-5 ਲੱਖ ਹੈਗੇ ਸੀ ਉਹਦੇ ਬੰਦੇ, ਬੋਟ ਕਲੱਬ 'ਤੇ ਬੈਠ ਗਏ ਸਨ, ਠੀਕ ਹੈ ਨਾ। ਉਸ ਤੋਂ ਪਹਿਲੇ ਮੈਂ ਉਹਦੇ ਘਰ ਗਿਆ ਸਾਂ ਸ਼ਾਮਲੀ 'ਚ, ਠੀਕ ਹੈ। ਮੈਨੂੰ ਪਿੰਡ ਦਾ ਨਾਂ ਯਾਦ ਨਹੀਂ ਆ ਰਿਹਾ, ਸ਼ਾਮਲੀ ਦੇ ਲਾਗੇ ਹੈਗਾ ਸੀ ਪਿੰਡ, ਅਤੇ ਮੈਂ ਉੱਥੇ ਗਿਆ ਸਾਂ ਇੰਟਰਵਿਊ ਕਰਨ, ਇਹ ਨਿਊਜ਼ ਟਰੈਕ ਲਈ, TV ਟੂਡੇ ਲਈ। ਅਤੇ ਉਸ ਤੋਂ ਬਾਅਦ ਫਿਰ ਇਹ ਇੰਨਾ ਵੱਡਾ ਇਕੱਠ ਤਾਂ ਦੇਖਿਆ। ਫਿਰ 89 ਵਿੱਚ ਬਹੁਤ ਵੱਡਾ ਇਕੱਠ ਸੀ, ਆਲਮੋਸਟ 8-10 ਲੱਖ ਲੋਕ, CPM ਦੀ ਰੈਲੀ ਸੀ ਬੋਟ ਕਲੱਬ 'ਤੇ, ਉਹ ਵੀ ਵੇਖੀ ਅਸੀਂ। ਫਿਰ 89 ਵਿੱਚ ਹੀ, ਜਿੱਥੇ ਤੱਕ ਮੈਨੂੰ ਯਾਦ ਪੈਂਦਾ, ਇਹ ਇਮਾਮ ਨੇ ਰੈਲੀ ਕੱਢੀ ਸੀ ਜਾਮਾ ਮਸਜਿਦ ਦੇ, ਸ਼ਾਹੀ ਇਮਾਮ ਜਿਹੜੇ ਹੈਗੇ ਸੀ, ਮੌਜੂਦਾ ਨਹੀਂ ਇਹਨਾਂ ਦੇ ਵਾਲਿਦ, ਉਹ ਵੀ ਲੱਖਾਂ ਦੀ ਤਾਦਾਦ ਵਿੱਚ ਮੁਸਲਮਾਨਾਂ ਦੀ ਰੈਲੀ ਹੈਗੀ ਸੀ। ਇਹ ਬਾਬਰੀ ਐਕਸ਼ਨ ਕਮੇਟੀ ਦੇ ਨਾਂ ਤੋਂ ਕੱਢੀ ਸੀ। ਉਸ ਤੋਂ ਪਹਿਲੇ ਮੈਨੂੰ ਯਾਦ ਹੈ, ਆਈ ਥਿੰਕ ਇਟ ਵਾਜ਼ 1978 ਔਰ 77, ਚੌਧਰੀ ਚਰਨ ਸਿੰਘ, ਆਲਮੋਸਟ 8 ਤੋਂ 10 ਲੱਖ ਕਿਸਾਨ ਆਏ ਸਨ ਦਿੱਲੀ, ਰੈਲੀ ਕਰਕੇ ਚਲੇ ਗਏ ਸਨ। ਮੈਂ ਵੇਖੀਆਂ ਨੇ ਰੈਲੀਆਂ, ਲੇਕਿਨ ਇਹ ਜਿਸ ਤਾਦਾਦ ਵਿੱਚ ਇਹ ਸਭ ਹੋ ਰਿਹਾ ਹੈ, ਇੰਨਾ ਲੰਬਾ ਨਹੀਂ ਚੱਲਿਆ। ਹਾਂ ਇੰਨਾ ਲੰਬਾ ਮਤਲਬ ਜੋ ਚੱਲ ਰਿਹਾ, ਮਤਲਬ ਇਹ ਮੈਨੂੰ ਯਾਦ ਨਹੀਂ ਹੈਗਾ। ਓਵਰਆਲ ਤੁਸੀਂ ਇਹਨੂੰ ਕਾਮਯਾਬ ਮੰਨਦੇ ਹੋ ਹੁਣ ਤੱਕ, ਐਜ਼ ਆਫ ਨਾਓ? ਮੈਂ ਹੁਣ ਤੱਕ ਦੇਖੋ 26 ਜਨਵਰੀ ਤੱਕ ਤਾਂ ਮੈਨੂੰ ਆਲਮੋਸਟ ਮਤਲਬ 99% ਕਾਮਯਾਬ ਮੰਨਦਾ ਸਾਂ। 26 ਜਨਵਰੀ ਤੋਂ ਬਾਅਦ ਮੈਨੂੰ ਲੱਗਦਾ ਕਿ 86-87% ਕਾਮਯਾਬ ਹੈ। ਥੋੜ੍ਹਾ ਜਿੰਨਾ ਨਾ ਝਟਕਾ ਦੇਣ ਦੀ ਲੋੜ ਹੈ, ਪੁਸ਼ ਦੇਣ ਦੀ ਲੋੜ ਹੈ ਨਾ, ਠੀਕ ਹੈ ਨਾ। ਜਿਸ ਤਰ੍ਹਾਂ ਦੇ ਪ੍ਰੋਗਰਾਮਸ ਹੁਣ ਦਿੱਤੇ ਜਾ ਰਹੇ ਹੈ, ਜਿਹੜੇ ਆਗੂ ਦੇ ਰਹੇ ਹੈ, ਉਹ ਸੌਫਟ ਲੱਗ ਰਿਹਾ ਹੈ ਜਾਂ ਇਸ ਤਰ੍ਹਾਂ ਹੀ ਐਜੀਟੇਸ਼ਨ ਲੜੇ ਜਾਂਦੇ ਹੈ ਕਿ ਕੈਂਡਲ ਮਾਰਚ ਹੁੰਦੇ ਹੈ ਜਾਂ ਫਿਰ ਜਯੰਤੀਆਂ ਮਨਾਈਆਂ ਜਾ ਰਹੀਆਂ? ਕਿਉਂਕਿ ਇੱਕ ਪਾਸੇ ਤਾਂ ਪਰੇਡ ਦੀ ਗੱਲ ਹੋ ਰਹੀ ਸੀ, ਔਰ 26 ਤੋਂ ਬਾਅਦ ਬਹੁਤ ਸੌਫਟ ਪ੍ਰੋਗਰਾਮਸ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਦੇਣੇ ਸ਼ੁਰੂ ਕੀਤੇ। ਦੇਖੋ ਗੱਲ ਸੁਣੋ, ਜੇ ਤੁਸੀਂ ਤੁਹਾਡੇ ਕੋਲ ਕੋਈ ਪੂਰੀ ਹਿੰਦੁਸਤਾਨ ਦੀ ਤੁਸੀਂ ਹਿਸਟਰੀ ਲੈ ਲਓ ਇੰਡੀਪੈਂਡੈਂਟ ਇੰਡੀਆ ਦੀ, ਜਿੱਥੇ ਤੇ ਵੀ ਹਥਿਆਰ ਚੁੱਕੇ ਗਏ ਨਾ ਸਰਕਾਰ ਦੇ ਖਿਲਾਫ, ਉਹ ਮੂਵਮੈਂਟ ਕਦੀ ਕਾਮਯਾਬ ਨਹੀਂ ਹੋਈ। ਚਾਹੇ ਉਹ ਖਾਲਿਸਤਾਨ ਵਾਲੀ ਰਹੀ ਹੋਵੇ, ਚਾਹੇ ਉਹ ਕਸ਼ਮੀਰ ਵਾਲੀ ਰਹੀ ਹੋਵੇ, ਚਾਹੇ ਉਹ ਨੈਕਸਲਾਈਟ ਮੂਵਮੈਂਟ ਚੱਲ ਰਹੀ ਹੋ, ਤਾਂ ਬਹੁਤ ਪਹਿਲੇ ਹੀ ਸ਼ੁਰੂ ਹੋ ਗਈ ਸੀ 1968-69 ਵਿੱਚ। ਹਥਿਆਰਾਂ ਵਾਲਾ ਇੱਥੇ ਕਾਮਯਾਬ ਨਹੀਂ ਹੁੰਦਾ। ਜੋ ਕਾਮਯਾਬ ਹੋਇਆ ਵੀ ਤਾਂ ਜਿਹਨੂੰ ਲੋਕ ਗਾਂਧੀਅਨ ਤਰੀਕਾ ਕਹਿ ਦਿੰਦੇ, ਉਹ ਵਾਲੇ ਤਰੀਕੇ ਕਾਮਯਾਬ ਹੋਏ ਨੇ। ਇੱਥੇ ਦਿੱਕਤ ਇਹ ਹੈਗੀ ਕਿ ਮੌਜੂਦਾ ਸਰਕਾਰ ਅਜੀਬ ਹੁੰਦਾ ਨਾ, ਕਿ ਮਤਲਬ ਚਿਕਨਾ ਕੜਾ ਹੁੰਦਾ ਕਿ ਤੁਸੀਂ ਮੋਮਬੱਤੀਆਂ ਜਲਾਉਣੀਆਂ ਨੇ, ਜਲਾ ਲਓ, ਕਦੋਂ ਤੱਕ ਜਲਾਓਗੇ, ਭੁੱਖ ਹੜਤਾਲ ਰੱਖਣੀ ਹੈ, ਰੱਖ ਲਓ, ਕਦੋਂ ਤੱਕ ਰੱਖੋਗੇ ਤੁਸੀਂ। ਇੱਥੇ ਮੈਨੂੰ ਇਹ ਲੱਗ ਰਿਹਾ, ਅਤੇ ਲਿਹਾਜ਼ਾ ਮੈਨੂੰ ਲੱਗਦਾ ਕਿ ਸੌਫਟ ਤਰੀਕੇ ਦੀ ਆਪਣੀ ਜਗ੍ਹਾ ਹੈਗੀ ਹੈ, ਹਾਰਡ ਤਰੀਕਾ ਹਥਿਆਰ ਨਹੀਂ ਹੋ ਸਕਦਾ। ਇਹਦੇ ਵਿੱਚ ਹੀ ਮਤਲਬ ਜਿਵੇਂ ਗਾਂਧੀ ਦਾ ਹੈਗਾ ਸੀ ਜੇਲ੍ਹ ਭਰੋ, ਇਹਦੇ 'ਚ ਹੈਗਾ ਸੀ ਗਾਂਧੀ ਦਾ ਸਵਦੇਸ਼ੀ, ਕਿ ਕੱਪੜੇ ਚਲਾਓ ਤੁਸੀਂ ਜਿਹੜੇ ਬਾਹਰੋਂ ਆਉਂਦੇ ਨੇ। ਕਾਰਪੋਰੇਟ ਦਾ ਬਾਈਕਾਟ ਜਿਵੇਂ ਪੰਜਾਬ 'ਚ ਹਰਿਆਣਾ 'ਚ ਹੋ ਰਿਹਾ। ਹਾਂ, ਕਾਰਪੋਰੇਟ ਦਾ ਬਾਈਕਾਟ ਹੈਗਾ। ਹੋਰ ਵੀ ਇਹੋ ਜਿਹੇ ਤਰੀਕੇ, ਇਨੋਵੇਟਿਵ ਤਰੀਕੇ ਹੀ ਲੱਭਣੇ ਪੈਣਗੇ, ਬਟ ਨਾਨ ਵਾਇਲੈਂਟ। ਤਾਂ ਜਿਹੜੇ ਆਗੂ ਨੇ ਹੁਣ ਤੱਕ, ਕਿਉਂਕਿ ਹਰ ਤਰ੍ਹਾਂ ਦੇ ਆਗੂ ਸੰਯੁਕਤ ਕਿਸਾਨ ਮੋਰਚੇ 'ਚ ਨੇ, ਉੱਥੇ ਲੈਫਟ ਵੀ ਹੈ, ਉੱਥੇ ਪੰਥਕ ਲੋਕ ਵੀ ਨੇ, ਉੱਥੇ ਨਿਰੋਲ ਜਿਹੜੇ ਕਿਸਾਨੀ ਲਈ ਹਮੇਸ਼ਾ ਕੰਮ ਕਰਦੇ ਆ ਉਹ ਲੋਕ ਵੀ ਨੇ। ਤੁਹਾਨੂੰ ਲੱਗਦਾ ਕਿ ਉਹਨਾਂ ਦੀ ਜਿੰਨੇ ਵੀ ਡਿਸੀਜਨਸ ਰਹੇ ਆ ਹੁਣ ਤੱਕ, ਉਹ ਐਪਟ ਰਹੇ ਨੇ? ਦੇਖੋ ਜੀ, ਡਿਸੀਜਨਸ ਐਪਟ ਰਹੇ ਨੇ ਤਾਂ ਹੀ ਤਾਂ ਇੱਥੋਂ ਤੱਕ ਗੱਲ ਪਹੁੰਚੀ ਹੈ। ਸਭ ਤੋਂ ਵੱਡਾ ਖਤਰਾ ਹੈਗਾ ਕਿ ਇਹਨਾਂ ਦੇ ਆਪਸ ਵਿੱਚ ਹੀ ਮਤਲਬ ਉਹ ਨਾ ਹੋ ਜਾਏ ਕਿ ਮਤਲਬ ਇਹ ਮੇਰੀ ਮੂਵਮੈਂਟ ਹੈ ਜਾਂ ਮੇਰੀ ਮੂਵਮੈਂਟ ਹੈ, ਉਹ ਹਾਈਜੈਕ ਕਰਕੇ ਲੈ ਗਿਆ, ਜਾਂ ਫਲਾਣੀ ਪੰਥਕ ਕਮੇਟੀ ਲੈ ਗਈ, ਜਾਂ ਕਾਮਰੇਡਸ ਲੈ ਗਏ। ਜੇ ਇਹ ਮੰਨ ਕੇ ਚੱਲਣ ਕਿ ਸਭ ਤੋਂ ਪਹਿਲਾਂ ਕਿਸਾਨ ਨੇ, ਉਸ ਤੋਂ ਬਾਅਦ ਕੁਝ ਹੋਰ ਨੇ, ਤਾਂ ਅੱਗੇ ਤਾਂ ਰਸਤਾ ਸਾਫ਼ ਹੈ। ਅਤੇ ਜੇ ਨਿੱਕੇ ਨਿੱਕੇ ਮਤਲਬ ਹੋ ਗਏ ਕਿ ਮਤਲਬ ਡਿਵੀਜ਼ਨ ਹੋ ਗਏ, ਚਾਹੇ ਪੰਜਾਬ ਦੇ ਹੋਣ, ਚਾਹੇ ਉਹ ਹਰਿਆਣੇ ਦੇ ਹੋਣ, ਚਾਹੇ ਯੂਪੀ ਦੇ ਹੋਣ, ਉਹ ਚਾਹੇ ਸਭ ਦੇ ਮਿਲ ਕੇ ਹੋਣ, ਜਦੋਂ ਤੱਕ ਇਕੱਠੇ ਰਹਿਣਗੇ ਤਾਂ ਤੱਕ ਤਾਂ ਅੱਗੇ ਫਿਊਚਰ ਹੈਗਾ, ਕਿਉਂਕਿ ਸਰਕਾਰਾਂ ਨੂੰ ਝੁਕਣਾ ਪੈਂਦਾ ਹੀ ਹੈ। ਬਈ ਲੋਕ
ਇਤਨੇ ਲੋਕ ਹੈਗੇ ਨੇ ਉਹਨਾਂ ਨੂੰ ਨਹੀਂ ਚੰਗਾ ਲੱਗ ਰਿਹਾ ਬਿੱਲ, ਉਹਨਾਂ ਦੇ ਆਪਣੇ ਕਾਰਨ ਹੈਗੇ ਨੇ, ਉਹਨਾਂ ਦੀ ਜ਼ਿੰਦਗੀਆਂ ਦਾਅ 'ਤੇ ਹੈਗੀਆਂ ਨੇ। ਤੁਹਾਡੇ ਸਾਹਮਣੇ ਇੱਕ ਵਿਜ਼ਨ ਆ ਗਿਆ, ਉਹ ਜਿਹੜਾ ਘਿਸਿਆ ਪਿਟਿਆ ਪੁਰਾਣਾ ਕੈਪੀਟਲਿਜ਼ਮ ਦਾ ਵਿਜ਼ਨ ਹੈਗਾ, ਅਮਰੀਕੀ ਕੈਪੀਟਲਿਜ਼ਮ ਦਾ। ਤੇ ਇੱਥੇ ਮਤਲਬ ਇੰਨੇ ਮਤਲਬ ਕਰੋੜਾਂ ਲੋਕ ਆਪਣੇ 2-2 ਏਕੜ 2.5 ਏਕੜ 4 ਏਕੜ ਉਹਦੇ 'ਤੇ ਡਿਪੈਂਡੈਂਟ ਹੈਗੇ ਨੇ। ਤੁਸੀਂ ਉਹਨਾਂ ਦਾ ਸਭ ਕੁਝ ਮਤਲਬ ਉਹਨਾਂ ਦੀ ਸਮਝ ਦੇ ਮੁਤਾਬਿਕ ਖੋਲ੍ਹਣਾ ਚਾਹੁੰਦੇ ਹੋ। ਤੇ ਇਹ ਕਹਿਣਾ ਕਿ ਮਤਲਬ ਅਸੀਂ ਆੜਤੀਆਂ ਨੂੰ ਹਟਾ ਰਹੇ ਹਾਂ, ਤੁਸੀਂ ਹਟਾ ਕਿੱਥੇ ਰਹੇ ਹੋ? ਤੁਸੀਂ ਵੱਡੇ ਪਲੇਅਰਸ ਲਿਆ ਰਹੇ ਹੋ। ਇਹ ਤਾਂ ਖੇਤੀ ਦੇ ਕਾਨੂੰਨ ਹੈ ਹੀ ਨਹੀਂ, ਇਹ ਤਾਂ ਵਪਾਰ ਦੇ ਕਾਨੂੰਨ ਨੇ ਨਾ ਸਾਰੇ। ਬਿਲਕੁਲ, ਖੇਤੀ ਦੇ ਤਾਂ ਹੈ ਹੀ ਨਹੀਂ ਕਾਨੂੰਨ। ਤੁਸੀਂ ਰਿਫਾਰਮਸ ਕਰਨੇ ਆ, ਤੁਸੀਂ ਰਿਫਾਰਮਸ ਸੋਚ ਸਮਝ ਕੇ ਕਰੋ, ਸੋਚ ਸਮਝ ਕੇ ਜਿਹੜੇ ਮਤਲਬ ਫਾਇਦਾ ਪਹੁੰਚਾਉਣ ਕਿਸਾਨਾਂ ਨੂੰ। ਮੈਨੂੰ ਤਾਂ ਇਹ ਲੱਗਦਾ ਕਿ ਏਕਤਾ ਤੁਹਾਡੀ ਨਾ ਜਿਹੜੀ ਹੈਗੀ ਕਿਸਾਨਾਂ ਦੀ, ਉਹ ਬਹੁਤ ਜ਼ਰੂਰੀ ਹੈ। ਚਾਹੇ ਉਹ ਸਿੱਖ ਹੋਣ, ਚਾਹੇ ਉਹ ਹਿੰਦੂ ਹੋਣ, ਚਾਹੇ ਉਹ ਪੰਜਾਬੀ ਹੋਣ, ਚਾਹੇ ਉਹ ਹਰਿਆਣਵੀ ਹੋਣ, ਯੂਪੀ ਦੇ ਹੋਣ, ਮੱਧ ਪ੍ਰਦੇਸ਼ ਦੇ, ਉੱਤਰਾਖੰਡ ਦੇ, ਬਾਕੀ ਇਲਾਕਿਆਂ ਤੋਂ ਲੋਕ ਆ ਰਹੇ। ਮਹਾਰਾਸ਼ਟਰ 'ਚ ਤੁਹਾਡੇ ਫੇਵਰੇਟ ਨਿਕਲੇ, ਜਲੂਸ ਨਿਕਲੇ, ਕਰਨਾਟਕ 'ਚ ਹੋਇਆ, ਕੇਰਲ ਤੋਂ ਲੋਕ ਆ ਰਹੇ, ਉੜੀਸਾ ਤੋਂ ਆ ਰਹੇ। ਤੇ ਜਦੋਂ ਤੱਕ ਇਹ ਇੰਟਰਸਟ ਇਕੱਠਾ ਰਹਿੰਦਾ, ਮੈਨੂੰ ਪਤਾ ਕੀ ਯਾਦ ਆ ਰਿਹਾ, ਰਾਮ ਮਨੋਹਰ ਲੋਹੀਆ ਨੇ ਕਿਹਾ ਸੀ ਕਿ ਐਂਟੀ ਕਾਂਗਰਸਿਜ਼ਮ ਬਾਈ ਇਟਸੈਲਫ ਇਜ਼ ਐਨ ਆਈਡੀਓਲੋਜੀ। ਕਾਂਗਰਸ ਦੇ ਖਿਲਾਫ ਹੋਣਾ ਹੀ ਆਪਣੇ ਆਪ ਵਿੱਚ ਇੱਕ ਰਾਜਨੀਤਿਕ ਵਿਚਾਰਧਾਰਾ ਹੈ। ਵਿਦ ਰਿਜ਼ਲਟ ਜਦੋਂ ਜਨਤਾ ਪਾਰਟੀ ਬਣੀ, ਉਹ ਸਿਰਫ ਇੱਕੋ ਏਮ ਲੈ ਕੇ ਆਇਆ ਸੀ ਕਿ ਕਾਂਗਰਸ ਨੂੰ ਹਟਾਓ। ਕਾਂਗਰਸ ਹਟ ਗਈ, ਹੁਣ ਇਹਨਾਂ ਕੋਲ ਕੀ ਵਜ੍ਹਾ ਸੀ ਇਕੱਠੇ ਰਹਿਣ ਦੀ? ਇਸ ਪਿੱਛੇ ਉਹ ਸਰਕਾਰ ਵੀ ਟੁੱਟ ਗਈ ਜਨਤਾ ਪਾਰਟੀ ਦੀ। ਤੇ ਕਿਧਰੇ ਇਹ ਨਾ ਹੋ ਜਾਏ ਮਾਮਲਾ ਕਿ ਮਤਲਬ ਆਪਸ ਵਿੱਚ ਹੀ ਬਿਖਰ ਜਾਣ। ਕਿਤੇ ਤੁਹਾਨੂੰ ਲੈਫਟ ਦਾ ਉਭਾਰ ਨਜ਼ਰ ਆਉਂਦਾ ਹੈ? ਲੈਫਟ ਦੇਖ ਰਹੀ ਹੈ ਇਸ ਤਰ੍ਹਾਂ ਦੇ ਐਜੀਟੇਸ਼ਨ ਦੇ ਵਿੱਚੋਂ ਆਪਣਾ ਸਿਆਸੀ ਉਭਾਰ ਦੇਸ਼ ਦੇ ਵਿੱਚ? ਬਹੁਤ ਜਗ੍ਹਾ ਨਜ਼ਰ ਆਇਆ, ਮਹਾਰਾਸ਼ਟਰ 'ਚ ਨਜ਼ਰ ਆਇਆ, ਝੰਡੇ ਨਜ਼ਰ ਆਏ ਨੇ ਰੈਲੀਆਂ ਦੇ, ਜਲੂਸਾਂ ਦੇ। ਔਰ ਦੇਖੋ ਨਾ, ਇੱਕ ਜ਼ਮਾਨਾ ਹੈਗਾ ਸੀ ਲੈਫਟ ਦੀ ਰੈਲੀ ਉਦੋਂ ਹੁੰਦੀ ਸੀ ਦਿੱਲੀ 'ਚ, 3 ਦਿਨ 4 ਦਿਨ ਪਹਿਲੇ ਹੀ ਲੋਕੀ ਨਾ ਇੱਕ ਲਾਈਨ ਵਿੱਚ, ਨਾਨੀਆਂ, ਆਦਮੀ, ਸਿਰ ਦੇ ਉੱਤੇ ਗਠਰੀ ਹੈ ਜਾਂ ਛੋਟਾ ਟਰੰਕ ਹੈਗਾ, ਹਾਂ ਬਿਲਕੁਲ ਡਿਸਪਲਿਨ ਨਾਲ ਆਉਂਦੇ ਸੀ। ਮੈਂ ਤੁਹਾਨੂੰ ਆਖਰੀ ਦੱਸਿਆ ਨਾ 1989 ਵਿੱਚ CPM ਦੀ ਰੈਲੀ ਵੇਖੋ ਜ਼ਰਾ, ਵਿਜੇ ਚੌਕ 'ਤੇ ਮੈਂ ਖੜਾ ਸਾਂ, ਸ਼ੂਟ ਕਰ ਰਿਹਾ ਸਾਂ ਮੈਂ, ਇੰਡੀਆ ਗੇਟ ਤੱਕ ਲਾਲ ਝੰਡੇ ਹੀ ਲਾਲ ਝੰਡੇ ਸਾਰੇ ਵਿਖ ਰਹੇ ਸਨ। ਉਹ ਕਿਉਂਕਿ ਲੀਡਰਸ਼ਿਪ ਉਹਨਾਂ ਦੀ ਜ਼ਮੀਨ ਤੋਂ ਨਹੀਂ ਨਿਕਲੀ, ਉਹ ਖਤਮ ਹੁੰਦੇ ਗਏ, ਮਤਲਬ ਬੰਗਾਲ ਵਿੱਚ ਖਤਮ ਹੀ ਹੋ ਗਏ ਨਾ ਇੱਕਦਮ, ਸਿਰਫ ਕੇਰਲ ਵਿੱਚ ਹੀ ਰਹਿ ਗਏ ਥੋੜ੍ਹੇ ਬਹੁਤ ਜਿਹੜੇ ਰਹਿ ਗਏ, ਹੈ ਨਾ। ਤੇ ਇਹ ਉਹਨਾਂ ਨੂੰ ਲੱਗ ਰਿਹਾ ਕਿ ਸ਼ਾਇਦ ਕਾਡਰ ਹਾਲੀ ਵੀ ਹੈ ਉਹਨਾਂ ਦਾ, ਤੇ ਦਿਖਦਾ ਵੀ ਹੈ ਥੋੜ੍ਹਾ ਬਹੁਤ, ਲੇਕਿਨ ਇਹ ਜਿੰਨਾ ਮਤਲਬ ਇਹ ਭੁੱਲ ਕੇ ਨਾ ਸਿਰਫ ਕਿਸਾਨ ਦੇ ਨਾਂ 'ਤੇ ਇਕੱਠੇ ਹੋਣ, ਆਈ ਥਿੰਕ ਰਸਤਾ ਹੈਗਾ ਸਾਹਮਣੇ। ਆਖਰੀ ਸਵਾਲ ਹੈ ਮੇਰਾ, ਜਿਸ ਤਰ੍ਹਾਂ ਦੀ ਪੱਤਰਕਾਰਤਾ ਹੋਈ ਹੈ ਜੀ, ਨੈਸ਼ਨਲ ਮੀਡੀਆ ਨੇ ਜਿਸ ਤਰ੍ਹਾਂ ਕਿਸਾਨ ਐਜੀਟੇਸ਼ਨ, ਤੁਹਾਨੂੰ ਲੱਗਦਾ ਹੈ ਕਿ ਕ੍ਰਾਈਸਿਸ ਹੈ ਹੁਣ ਦੇਸ਼ ਦੇ ਵਿੱਚ ਪੱਤਰਕਾਰੀ ਦਾ, ਖਾਸ ਤੌਰ ਤੇ ਇਲੈਕਟ੍ਰੋਨਿਕ ਪੱਤਰਕਾਰੀ ਦਾ? ਬਿਲਕੁਲ ਹੈ, ਸਭ ਨੂੰ ਦਿਖ ਰਿਹਾ। ਮਤਲਬ ਇੰਨੀ ਬੇਸ਼ਰਮੀ, ਬੇਹਯਾਈ ਮੈਂ ਕਦੀ ਪਹਿਲੇ ਵੇਖੀ ਨਹੀਂ। ਜਿੰਨੇ ਵੀ ਅੱਜ ਦੇ ਦਿਨ ਟੌਪ ਦੇ ਚੈਨਲਸ ਹੈਗੇ ਨੇ, ਮੇਰਾ ਉਹਦੇ 'ਚ ਉਹਨਾਂ ਨੂੰ ਸ਼ੁਰੂ ਕਰਨ 'ਚ ਕੁਛ ਨਾ ਕੁਛ ਰੋਲ ਰਿਹਾ, ਤੁਹਾਨੂੰ ਮੈਂ ਦੱਸਿਆ, ਠੀਕ ਹੈ ਨਾ। ਤੁਹਾਨੂੰ ਮਹਿਸੂਸ ਹੁੰਦੀਆਂ ਇਹ ਚੀਜ਼ਾਂ ਕਿ ਸ਼ੁਰੂਆਤ ਕਿਵੇਂ ਹੋਈ ਸੀ, ਅੱਜ ਕਿੱਥੇ ਪਹੁੰਚ ਗਈਆਂ? ਤਾਂ ਸ਼ਰਮ ਆਉਂਦੀ ਉਹਨੇ ਕਹਿੰਦੇ ਕਿ ਮੀਡੀਆ ਤੋਂ ਅਸੀਂ ਪਹਿਲੇ ਇੱਕ ਟਾਈਮ ਹੁੰਦਾ ਸੀ, ਇੱਕ ਮੰਤਰੀ ਹੈ, ਮੈਂ ਨਾਂ ਨਹੀਂ ਲਾਂਗਾ ਉਹਦਾ, ਉਹ ਮੇਰੇ ਸਟੂਡੀਓ ਆ ਰਿਹਾ ਸੀ ਇੰਟਰਵਿਊ ਦੇਣ, ਉਹਨੂੰ ਰਸਤੇ 'ਚ ਫੋਨ ਆਇਆ ਕਿ ਤੇਰਾ ਦਿਮਾਗ ਖਰਾਬ ਹੈ ਕਿ ਤੂੰ ਵਿਨੋਦ ਦੁਆ ਨੂੰ ਇੰਟਰਵਿਊ ਦੇਣ ਜਾ ਰਿਹਾ, ਵਾਪਸ ਆ ਜਾ ਫੌਰਨ। ਲੋਕੀ ਮੰਤਰੀ ਲੋਕ ਉਹਨਾਂ ਵਾਸਤੇ ਕਿ ਬੜੀ ਮਤਲਬ ਇੱਜ਼ਤ ਦੀ ਗੱਲ ਹੁੰਦੀ ਸੀ ਕਿ ਮਤਲਬ ਮੇਰੇ ਸਾਹਮਣੇ ਜਾਂ ਪ੍ਰਨੋਦ ਰਾਓ ਦੇ ਸਾਹਮਣੇ ਜਾਂ ਸਾਡੇ ਦੋਵਾਂ ਦੇ ਸਾਹਮਣੇ ਉਹ ਇੰਟਰਵਿਊ ਦੇਣ ਆ ਰਹੇ ਨੇ। ਸਾਡੇ ਪ੍ਰੋਗਰਾਮ ਵਿੱਚ ਅਟਲ ਬਿਹਾਰੀ ਵਾਜਪੇਈ, ਲਾਲ ਕ੍ਰਿਸ਼ਨ ਅਡਵਾਨੀ ਇਕੱਠੇ ਆ ਰਹੇ। ਦੇਖੋ ਜ਼ਰਾ ਪ੍ਰਸਾਰ ਭਾਰਤੀ ਦੇ ਆਰਕਾਈਵਸ ਦੇਖੋ, 89 ਇਲੈਕਸ਼ਨ ਦੇ ਦੇਖੋ ਤੁਸੀਂ, 89 ਦੇ ਦੇਖੋ, 96 ਦੇ ਦੇਖੋ ਤੁਸੀਂ, ਕਿਹੋ ਜਿਹੇ ਲੋਕ ਆ ਰਹੇ ਸਾਰੇ। TN ਸ਼ੇਸ਼ਨ ਆ ਰਹੇ, VP ਸਿੰਘ ਆ ਰਹੇ ਹੈ, ਰਾਮ ਵਿਲਾਸ ਪਾਸਵਾਨ ਵਗੈਰਾ ਤਾਂ ਆ ਹੀ ਰਹੇ ਨੇ। ਤੇ ਖੁਸ਼ੀ ਖੁਸ਼ੀ ਆਉਂਦੇ ਸੀ ਸਾਰੇ। ਹੁਣ ਜਿਹੜੇ ਬੰਦੇ ਆ ਰਹੇ ਨੇ ਉਹਨਾਂ ਕੋਲ ਕੋਈ ਪਾਵਰ ਤਾਂ ਹੈ ਨਹੀਂ, ਪਾਰਟੀ ਸਪੋਕਸਪਰਸਨ ਜਿਹੜੇ ਹੈਗੇ ਨੇ, ਤੇ ਅਸੀਂ ਇਸ ਪਿੱਛੇ ਇਹਨਾਂ ਨੂੰ ਗੱਲ ਹੀ ਨਹੀਂ ਕਰਦੇ ਇਹਨਾਂ ਨਾਲ ਅਸੀਂ। ਪਰ ਇਸ ਤਬਦੀਲੀ ਦਾ ਕਾਰਨ ਕੀ ਹੋਇਆ? ਕਿਉਂ ਮੀਡੀਆ ਇਸ ਤਰ੍ਹਾਂ ਹੋ ਗਿਆ? ਪਹਿਲੀ ਗੱਲ ਤਾਂ ਇਹ ਹੈਗੀ ਕਿ ਕਰੀਬ 6-7 ਸਾਲ ਪਹਿਲੇ ਤੱਕ ਮੀਡੀਆ ਜਿਹੜਾ ਹੈਗਾ ਸੀ ਨਾ, ਦੈਟ ਵਾਜ਼ ਐਡੀਟਰ ਡਰਿਵਨ। ਐਡੀਟਰ ਲੋਕ ਅਸੀਂ ਚਲਾਉਂਦੇ ਸਾਂ ਮੀਡੀਆ ਨੂੰ, ਮਾਲਿਕ ਦੀ ਆਪਣੀ ਜਗ੍ਹਾ ਹੈਗੀ, ਠੀਕ ਹੈ ਨਾ, ਉਹ ਦਖਲ ਵੀ ਨਹੀਂ ਦਿੰਦਾ ਸੀ। ਉਹਦੇ ਵਾਸਤੇ ਇੰਨਾ ਹੀ ਕਾਫੀ ਸੀ ਕਿ ਮੇਰੇ ਕੋਲ ਇੱਕ ਕਾਮਯਾਬ ਚੈਨਲ ਹੈਗਾ,
ਉਹਦੀ ਲੀਵਰੇਜ ਹੁੰਦੀ ਸੀ। ਹੁਣ 6-7 ਸਾਲ ਤੋਂ ਇਹ ਹੋਇਆ ਕਿ ਐਡੀਟਰਸ ਦੀ ਜਗ੍ਹਾ ਮਾਲਕਾਂ ਨੇ ਖੁਦ ਚਲਾਉਣਾ ਸ਼ੁਰੂ ਕਰਤਾ ਹੈ। ਔਰ ਉਹਨਾਂ ਦੇ ਡਰ ਕੀ ਨੇ ਸਾਨੂੰ ਅੰਦਾਜ਼ਾ ਹੈਗਾ, ਪਤਾ ਹੈਗਾ, ਲੇਕਿਨ ਅਸੀਂ ਕਹਿ ਨਹੀਂ ਸਕਦੇ, ਠੀਕ ਹੈ ਨਾ। ਤੇ ਇੱਕ ਵਾਰੀ ਜਦੋਂ ਮਾਲਕਾਂ ਨੇ ਆਪਣੀ ਲਾਈਨ ਬਦਲੀ, ਉਹਨਾਂ ਨੇ ਖੁਦ ਕੰਟਰੋਲ ਲੈ ਲਿੱਤਾ, ਤੇ ਐਡੀਟਰ ਵੀ ਨਾਲ ਉਹਨਾਂ ਦੇ ਮਿਲ ਗਏ। ਇਹ ਤਾਂ ਜਿਹੜਾ ਵਿਚਕਾਰ ਦਾ ਸਟਾਫ ਹੁੰਦਾ ਹੈ ਨਾ, ਐਡੀਟੋਰੀਅਲ ਸਟਾਫ ਜਿਹੜਾ ਵਿਚਕਾਰ ਦਾ ਹੁੰਦਾ, ਉਹ ਵਿਚਾਰੇ ਮਨ ਮਾਰ ਕੇ ਕੰਮ ਕਰ ਰਹੇ ਨੇ ਉੱਥੇ। ਬਾਕੀ ਜਿਹੜੇ ਐਂਕਰਸ ਵਗੈਰਾ ਹੈਗੇ ਨੇ ਉਹਨਾਂ ਦੇ ਬਾਰੇ 'ਚ ਕੁਝ ਕਹਿਣ ਦੀ ਲੋੜ ਨਹੀਂ ਹੈ, ਕਿ ਤੁਹਾਨੂੰ ਪਤਾ ਹੀ ਹੈ ਕਿਸ ਮਤਲਬ ਬੇਹਯਾਈ ਉਹ ਪੱਤਰਕਾਰੀ ਨਹੀਂ ਹੈ। ਉਹ ਪੱਤਰਕਾਰੀ ਕਿੱਥੇ ਹੈ, ਤਾਂ ਪ੍ਰੋਜ਼ਲਿਟਾਈਜ਼ਿੰਗ ਕਹਿੰਦੇ ਅੰਗਰੇਜ਼ੀ ਦੇ ਲਫ਼ਜ਼ ਹੈ, ਇਸ਼ਤਿਹਾਰਬਾਜ਼ੀ, ਪੈਫਲੇਟੀਰਿੰਗ ਹੀ ਉਹਦਾ ਇਸ਼ਾਰਾ। ਕੀ ਕਾਰਪੋਰੇਟ ਪਾਵਰ ਵਾਸਤੇ ਕਰ ਰਿਹਾ ਹੈ ਜਾਂ ਰੈਵਨਿਊ ਵੀ ਉਹਦੇ ਦਿਮਾਗ ਦੇ ਵਿੱਚ ਰਹਿੰਦਾ ਹੈ? ਰੈਵਨਿਊ ਤਾਂ ਆਉਂਦਾ ਹੀ ਹੈ, ਖੈਰ ਸਰਕਾਰੀ ਐਡ ਸਭ ਤੋਂ ਇੱਕ ਵੱਡਾ ਜ਼ਰੀਆ ਹੈ। ਉਸ ਤੋਂ ਇਲਾਵਾ ਜਿਹੜੀ ਉਹਨਾਂ ਦੀ ਬਾਂਹ ਕਿਤੇ ਨਾ ਕਿਤੇ ਮਰੋੜੀ ਗਈ ਹੈ। ਬਹੁਤ ਸਾਰੇ ਲੋਕਾਂ ਕੋਲ ਛੁਪਾਉਣ ਨੂੰ ਬਹੁਤ ਕੁਝ ਹੈ ਮਾਲਕਾਂ ਕੋਲੋਂ। ਸਮਝ ਰਹੇ ਹੋ ਤੁਸੀਂ? ਇੰਨੇ ਸਾਰੇ ਮਾਲਿਕ ਜਿਹੜੇ ਹੈਗੇ ਨੇ ਉਹ ਸਿਰਫ ਮੀਡੀਆ ਨਹੀਂ ਕਰਦੇ, ਸਿਰਫ 2-3 ਹੀ ਹੈਗੇ ਨੇ ਆਊਟਫਿਟ ਜਿਹੜੇ ਸਿਰਫ ਮੀਡੀਆ ਦਾ ਕੰਮ ਕਰਦੇ ਨੇ, ਬਾਕੀਆਂ ਦੇ ਹੋਰ ਬਿਜ਼ਨਸ ਵੀ ਹੈਗੇ ਨੇ। ਐਕਚੁਅਲ ਬਿਜ਼ਨਸ ਕੁਝ ਹੋਰ ਹੁੰਦਾ, ਮੀਡੀਆ ਉਹ ਤਾਂ ਛੋਟੇ-ਮੋਟੇ ਪਲੇਅਰਸ ਹੋਏ ਨਾ, ਬਿਲਡਰ ਵੀ ਚੈਨਲ ਖੜਾ ਕਰ ਦਿੰਦਾ ਆਪਣਾ ਤਾਂ ਕਿ ਲੋਕਲੀ ਉਹਦਾ ਕੁਝ ਦਬਦਬਾ ਰਹੇ। ਤੇ ਇਹ ਜਿਹੜੇ ਵੱਡੇ ਚੈਨਲ ਹੈਗੇ ਨੇ ਸਾਰੇ, ਇਹਨਾਂ ਦਾ ਮਤਲਬ ਫਰਕ ਇਹ ਹੋਇਆ ਕਿ ਪਹਿਲੇ ਐਡੀਟਰ ਚਲਾਉਂਦੇ ਸਨ, ਹੁਣ ਮਾਲਿਕ ਖੁਦ ਚਲਾਉਂਦੇ ਨੇ। ਮਾਲਿਕ ਦਰਬਾਰ ਵਿੱਚ ਬੈਠੇ ਹੋਏ ਨੇ, ਉਹਨਾਂ ਦੇ ਦਿਲ 'ਚ ਡਰ ਹੈਗਾ, ਖੌਫ ਹੈਗਾ, ਨਾਲ ਬਿਜ਼ਨਸ ਵੀ ਹੈਗਾ, ਮਤਲਬ ਜੋ ਵੀ ਹੈ। ਪਰ ਲੋਕ ਉਸ ਨੈਰੇਟਿਵ ਨੂੰ ਬਾਏ ਕਰ ਰਹੇ। ਜੇ ਅੱਜ ਖਾਲਿਸਤਾਨੀ ਕਹਿ ਕੇ ਲੋਕਾਂ ਨੂੰ ਕਿਹਾ ਗਿਆ ਐਜੀਟੇਸ਼ਨ ਦੇ ਵਿੱਚ, ਤਾਂ ਸਿਰਫ ਨਾਰਥ ਇੰਡੀਆ ਨਹੀਂ, ਜੇ ਅਸੀਂ ਪੂਰੇ ਦੇਸ਼ ਦੀ ਗੱਲ ਕਰੀਏ, ਪੰਜਾਬ ਹਰਿਆਣਾ ਦੀ ਨਹੀਂ, ਤਾਂ ਜਿਹੜਾ ਆਮ ਵਿਊਅਰ ਬੈਠਾ ਕੋਈ ਆਪਣੀ ਘਰ ਦੇ ਵਿੱਚ, ਕੋਈ ਝੁੱਗੀ ਦੇ ਵਿੱਚ ਵੀ ਅੱਜ ਕੱਲ੍ਹ ਟੀਵੀ ਲੱਗ ਪਏ, ਉਹ ਬਾਏ ਕਰਦਾ ਉਹਨਾਂ ਚੀਜ਼ਾਂ ਨੂੰ, ਯਕੀਨ ਕਰ ਰਿਹਾ। ਦੇਖੋ ਜਦੋਂ ਕਿਹਾ ਜਾ ਰਿਹਾ, ਹਰ ਚੈਨਲ ਤੇ ਕਿਹਾ ਜਾ ਰਿਹਾ, ਸੁਣੇਗਾ ਤਾਂ ਜ਼ਰੂਰ ਉਹ, ਠੀਕ ਹੈ ਨਾ। ਫਿਰ ਆਪਣੀ ਜੇ ਉਹਦੇ ਕੋਲ ਟਾਈਮ ਹੈਗਾ ਹੈ, ਹਰ ਕੋਈ ਨਿਊਜ਼ ਜੰਕੀ ਨਹੀਂ ਹੁੰਦਾ, ਮਤਲਬ ਨਸ਼ੇੜੀ ਨਹੀਂ ਹੁੰਦਾ ਨਿਊਜ਼ ਦਾ ਹਰ ਕੋਈ। ਬਹੁਤ ਘੱਟ ਲੋਕ ਹੁੰਦੇ ਨਿਊਜ਼ ਮਤਲਬ ਜਿਹੜੇ ਵੇਖਦੇ ਹੈ, ਉਹ ਵੀ ਉਹ ਲੋਕ ਹੁੰਦੇ ਜਿਹੜੇ ਪੋਲੀਟੀਕਲੀ ਐਕਟਿਵ ਵੀ ਹੁੰਦੇ, ਪੋਲੀਟੀਕਲੀ ਕੌਨਸ਼ੀਅਸ ਵੀ ਹੁੰਦੇ ਹੈ, ਉਹ ਜਾਣਨਾ ਵੀ ਚਾਹੁੰਦੇ ਕੀ ਹੋ ਰਿਹਾ। ਬਾਕੀਆਂ ਨੂੰ ਮੋਟਾ ਬਸ ਪਤਾ ਚੱਲਦਾ ਰਹੇ, ਉਹ ਉਹਨਾਂ 'ਚ ਉਹ ਬਤਾਉਂਦਾ। ਬਾਕੀ ਚੀਜ਼ਾਂ ਦੀ ਕੀਮਤਾਂ ਕੀ ਨੇ, ਮੇਰੀ ਜ਼ਿੰਦਗੀ 'ਤੇ ਕੀ ਅਸਰ ਹੋ ਰਿਹਾ, ਇਹ ਚੀਜ਼ਾਂ ਮਾਇਨੇ ਰੱਖਦੀਆਂ ਨੇ। ਬਦਲਿਆ ਜਾ ਸਕਦਾ ਇਹਨੂੰ, ਇਸ ਟ੍ਰੈਂਡ ਨੂੰ? ਉਮੀਦ ਕਰਦੇ ਹਾਂ ਕਿ ਅਸੀਂ ਦੇਖਾਂਗੇ ਕਿ ਟ੍ਰੈਂਡ ਚੇਂਜ ਹੋਊਗਾ। ਜਿਸ ਤਰ੍ਹਾਂ ਦੀ ਪੱਤਰਕਾਰੀ ਤੁਸੀਂ ਕਰਦੇ ਸੀ, ਜੋ ਪਹਿਲਾਂ ਟੀਵੀ ਸੀਗਾ, ਉਸ ਤਰ੍ਹਾਂ ਦਾ ਟੀਵੀ ਵਾਪਸ ਆਊਗਾ? ਦੇਖੋ ਜੀ, ਅਸੀਂ ਤਾਂ ਉਮੀਦ ਕਦੇ ਨਹੀਂ ਛੱਡੀ। ਸਾਨੂੰ ਤਾਂ ਲੱਗਦਾ ਕਿ ਜਿਹੜਾ ਮੌਜੂਦਾ ਦੌਰ ਸਿਆਸਤ ਦਾ ਹੋਵੇ ਚਾਹੇ ਮੀਡੀਆ ਦਾ ਹੋਵੇ, ਉਹ ਨਾ ਜਵਾਲਾਮੁਖੀ ਹੁੰਦਾ ਹੈ, ਸਾਲੋਂ ਸਾਲ ਮਤਲਬ ਸ਼ਾਂਤ ਰਹਿੰਦਾ ਹੈ, ਫਿਰ ਇੱਕ ਵਾਰੀ ਫੁੱਟਦਾ ਹੈ, ਨੁਕਸਾਨ ਕਰਦਾ ਹੈ, ਫਿਰ ਸ਼ਾਂਤ ਹੋ ਜਾਂਦਾ ਹੈ, ਫਿਰ ਸ਼ਾਂਤ ਰਹਿੰਦਾ ਲਗਾਤਾਰ ਹੰਡਰਡਸ ਆਫ ਈਅਰਸ। ਇਹ ਹਿਸਟੋਰੀਕਲ ਰਿਐਕਸ਼ਨ ਹੈਗਾ ਜਿਹੜਾ ਹੋਇਆ। ਇੱਕ ਤਰ੍ਹਾਂ ਦੀ ਸਰਕਾਰ ਨੂੰ 2 ਵਾਰੀ ਚੁਣਨਾ, ਆਪੋਜੀਸ਼ਨ ਵੀ ਨਾ ਦੇ ਬਰਾਬਰ ਹੈ, ਨਿਕੰਮੀ ਹੈ, ਠੀਕ ਹੈ। ਹਾਲਾਂਕਿ ਉਹਨਾਂ ਦਾ ਕੰਮ ਹੈਗਾ ਸਭ ਵਿਰੋਧ ਕਰਨਾ। ਤੇ ਇਹ ਹੋਇਆ ਕਿ ਮਤਲਬ ਜਿਵੇਂ ਹੁੰਦਾ ਨਾ ਕਿ ਇੱਕ ਭੜਾਸ ਨਿਕਲਦੀ, ਗੁਬਾਰ ਨਿਕਲਦਾ, ਇਹ ਉਹ ਨਿਕਲਿਆ, ਇਹ ਵੀ ਸ਼ਾਂਤ ਹੋਏਗਾ ਜ਼ਰੂਰ। ਇਸ ਐਜੀਟੇਸ਼ਨ 'ਚ ਵੀ ਕਮਜ਼ੋਰ ਰਹੀ ਹੈ ਆਪੋਜੀਸ਼ਨ ਜਿਸ ਪੱਧਰ ਤੇ? ਬਿਲਕੁਲ। ਆਪੋਜੀਸ਼ਨ ਹੈ ਕਿੱਥੇ, ਦਿਖੀ ਕਿੱਥੇ ਸਾਨੂੰ? ਰਾਹੁਲ ਗਾਂਧੀ ਕਦੀ ਆ ਕੇ ਇੱਕ ਸਪੀਚ ਕਰ ਦੇਵੇ, ਵਰਨਾ ਆਪੋਜੀਸ਼ਨ ਤਾਂ ਉਹ ਹੁੰਦੀ ਜਿਹੜੀ ਸੜਕਾਂ 'ਤੇ ਉਤਰੇ। ਜੋ ਕੰਮ ਕਿਸਾਨ ਕਰ ਰਹੇ ਹੈ, ਇਹ ਆਪੋਜੀਸ਼ਨ ਦਾ ਕੰਮ ਹੈਗਾ। ਆਪਣੇ ਵਰਕਰਸ ਨਾਲ ਸੜਕਾਂ 'ਤੇ ਉਤਰੇ, ਸਾਰਿਆਂ ਦੇ ਮਤਲਬ ਪੇਟ ਭਰੇ ਹੋਏ ਨੇ, ਇਹਨਾਂ ਨੇ ਕੋਈ ਮਤਲਬ ਕ੍ਰਾਈਸਿਸ ਵੇਖਿਆ ਨਹੀਂ ਹੈ ਕਦੀ। ਆਖਰੀ ਕ੍ਰਾਈਸਿਸ ਜਿਹੜਾ ਇਹਨਾਂ ਨੇ ਵੇਖਿਆ ਸੀ ਉਹ ਐਮਰਜੈਂਸੀ 'ਚ ਹੈਗਾ ਸੀ ਸੰਨ 75 ਵਿੱਚ। ਉਸ ਤੋਂ ਬਾਅਦ ਦੇ ਜਿੰਨੇ ਵੀ ਲੋਕ ਆਏ ਨੇ, ਕੀ ਕ੍ਰਾਈਸਿਸ ਵੇਖਿਆ ਇਹਨਾਂ ਨੇ? ਉਹ ਵੈਸੇ ਵੀ ਸਾਡੇ ਇੱਥੇ ਦੀ ਜਿਹੜੀ ਪੋਲੀਟਿਕਸ ਹੈਗੀ ਹੈ, ਉਹਦੀ ਇੱਕ ਖਾਸ ਇੱਕ ਪਹਿਚਾਣ ਹੈਗੀ ਹੈ ਕਿ ਜਿਹੜੀ ਵੀ ਪਾਰਟੀ ਪਾਵਰ ਵਿੱਚ ਹੁੰਦੀ ਹੈ, ਯੂਥ ਉਸ ਤਰਫ ਜ਼ਿਆਦਾ ਜਾਂਦਾ ਹੈ। ਉਹਨੂੰ ਠੇਕੇ ਚਾਹੀਦੇ ਹੈ, ਕੰਮ ਚਾਹੀਦੀ ਹੈ, ਨੌਕਰੀਆਂ ਚਾਹੀਦੀਆਂ। ਉਹ ਹੁੰਦਾ ਨਾ ਕਿ ਮਤਲਬ ਤੁਸੀਂ ਮਜਬੂਰ ਬਣਾ ਕੇ ਰੱਖੋ ਜਨਤਾ ਨੂੰ, ਸਮਝ ਰਹੇ ਹੋ ਤੁਸੀਂ? ਮਤਲਬ ਇਸ ਲੈਵਲ 'ਤੇ ਰੱਖੋ ਕਿ ਮਤਲਬ ਉਹ ਪੂਰੀ ਤਰ੍ਹਾਂ ਪਾਵਰਫੁਲ ਨਾ ਹੋ ਸਕੇ। ਇਸ ਵਿੱਚ ਕਰਪਸ਼ਨ ਵੀ ਜਿਹੜੀ ਹੈਗੀ ਨਾ, ਭ੍ਰਿਸ਼ਟਾਚਾਰ ਜਿਹਨੂੰ ਕਹਿੰਦੇ ਹੈ, ਮੈਨੂੰ ਲੱਗਦਾ ਹੈ ਕਿ ਮੇਰੇ ਵਿਚਾਰ ਵਿੱਚ ਇਹ ਵੀ ਇੱਕ ਅਨਸੈਡ, ਅਨਡਿਕਲੇਅਰਡ ਇੰਸਟਰੂਮੈਂਟ ਆਫ ਸਟੇਟ ਪੋਲਿਸੀ ਹੈ ਕਿ ਲੋਕਾਂ ਨੂੰ ਛੋਟੀ ਮੋਟੀ ਕਰਪਸ਼ਨ ਵਿੱਚ ਇਨਵੋਲਵ ਰਹਿਣ ਦਿਓ, ਉਹਨਾਂ ਦੇ ਅੰਦਰ ਇੰਨੀ ਅੰਦਰੂਨੀ ਤਾਕਤ ਨਹੀਂ ਹੋਏਗੀ ਕਿ ਸਵਾਲ ਪੁੱਛ ਸਕਣ, ਔਰ ਨਿੱਕੀ ਨਿੱਕੀ ਚੀਜ਼ ਵਾਸਤੇ ਵੀ ਨੈਗੋਸ਼ੀਏਟ ਕਰਨਾ ਪਏ,
ਪਾਣੀ ਦਾ ਕਨੈਕਸ਼ਨ ਹੈ, ਬਿਜਲੀ ਦਾ ਕਨੈਕਸ਼ਨ ਹੈ, ਗਲੀ ਮਤਲਬ ਫੁੱਟਪਾਥ ਟੁੱਟੀ ਹੋਈ ਹੈ, ਜਿਹੜੀਆਂ ਜਿਹੜੀਆਂ ਚੀਜ਼ਾਂ ਮਿਊਨਿਸਪਲ ਕੰਸਰਨਸ ਨੇ ਉਹਨਾਂ ਵਾਸਤੇ ਵੀ ਮੁਹਤਾਜ ਬਣਾਓ ਇਹਨਾਂ ਨੂੰ। ਇੱਕ ਮੈਨੂੰ ਲੱਗਦਾ ਇੱਕ ਸਟੇਟ ਟੈਸਿਟਲੀ ਅੰਡਰਸਟੂਡ, ਚੁੱਪਚਾਪ ਸੋਚੀ ਸਮਝੀ ਇਸ ਪਾਲਿਸੀ ਕੀ ਸਟੇਟ ਦੀ ਕਿ ਉਸੇ ਲੈਵਲ ਤੇ ਰੱਖੋ, ਸਬਸਿਸਟੈਂਸ ਲੈਵਲ ਤੇ, ਕਿ ਸਿਰਫ ਜ਼ਿੰਦਾ ਰਹਿ ਸਕਣ ਲੋਕ। ਬਿਲਕੁਲ। ਇਸ ਐਜੀਟੇਸ਼ਨ ਤੁਸੀਂ ਕਿਹਾ, ਹਾਲਾਂਕਿ ਆਖਰੀ ਸਵਾਲ ਹੈ, ਮੈਂ ਪਹਿਲਾਂ ਕਹਿ ਚੁੱਕਿਆ ਇਹ ਗੱਲ ਕਿ ਤੁਸੀਂ ਕਿਹਾ ਕਿ ਸਿਰਫ ਸਿੱਖਾਂ ਦਾ ਅੰਦੋਲਨ ਨਹੀਂ ਹੈ ਇਹ, ਪਰ ਕਿਤੇ ਨਾ ਕਿਤੇ ਸਿੱਖ ਫਿਲਾਸਫੀ ਜਾਂ ਜਿਸ ਤਰ੍ਹਾਂ ਉੱਥੇ ਪੂਰਾ ਵਰਤਾਰਾ ਹੋਇਆ ਹੈ ਜੋ ਐਜੀਟੇਸ਼ਨ ਦੇ ਵਿੱਚ, ਉਹ ਵੀ ਬਾਕਮਾਲ ਰਿਹਾ। ਮੈਨੂੰ ਲੱਗਦਾ ਹੈ ਕਿ ਲੰਗਰ ਲੱਗੇ ਹੋਣ, ਚਾਹੇ ਉਸ ਦੀ ਪੂਰੀ ਦੁਨੀਆ ਨੇ ਚਰਚਾ ਕੀਤੀ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਆਈ ਐਮ ਇਨ ਟੱਚ ਵਿਦ ਐਵਰੀਬਡੀ ਜਿਹੜੇ ਸੋਸ਼ਲ ਮੀਡੀਆ 'ਤੇ ਕਰ ਰਹੇ ਨੇ, ਅਜੀਤ ਅੰਜੁਮ ਹੋਏ, ਚਾਹੇ ਪੁੰਨਿਆ ਪ੍ਰਸੂਨ ਵਾਜਪੇਈ ਹੋਏ, ਅਵਿਸਾਰ ਹੈਗਾ, ਉਹਨਾਂ ਵਾਸਤੇ ਡਿਸਕਵਰੀ ਹੈਗੀ ਕਿ ਸਿੱਖ ਕੌਮ ਹੁੰਦੀ ਕੀ ਹੈ। अजीत अंजुम में कोट कर रहे हैं, मैं कहते हैं भाई साहब मुझे तो मालूम नहीं था कि सिख कौम क्या होती है। ये तो जब से मैंने जानना शुरू किया सिंगू बॉर्डर पे और रिपोर्ट करना शुरू किया, मैं तो सीख रहा हूँ कि ये लोग हैं कौन। मैं कहा भाई तुसी हिंदी हार्टलैंड ते हो गए सारे, यूपी तो हो, बिहार तो हो, तुहानू नहीं आइडिया इस चीज़ का। मैं कहा असी उस तरफों आए हैं, मतलब असी पंजाबी नहीं कहते अपने आप को, असी है फ्रंटियर तो, दरिया सिंध दे उस पार। पहले नॉर्थ वैसट फ्रंटियर प्रोविंस कहते सन, हुण खैबर पख्तूनख्वा कहते हैं। तो उत्थे एक शहर है डेरा इस्माइल खान। साड़ी बोली भी अलग है, साड़ा पहनावा भी अलग है, शलवार कमीज साड़ा पहनावा है। तो उस तो बाद फिर दरिया सिंध तो बाद है पंजाब सारा शुरू होंदा है। पंजा साहिब दे नेड़े दा इलाका है ये नहीं, पेशावर तो थल्ले, मतलब पेशावर तो शुरू हो जाता है, थल्ले तक जाता है सारा थोड़ा फ्रंटियर का इलाका, बलूचिस्तान तक। मतलब तो मैं तो पाकिस्तान आंदा जांदा रहना, काफ़ी बारी होया। मतलब तो मैं कहा साड़ी पूरी थिंकिंग ही दूजी हैगी है, असी सोचने ही दूजी तरह हो गए हैं। तो कहना मैं तो हैरान हो गया जी ये देख कर, मतलब खाना खिला रहे हैं, लंगर ये वो। मैं कहा सिर्फ यहाँ पर नहीं है लंगर, यहाँ सूडान में भी हुए थे, यमन में भी हुए थे, अमेरिका में भी होते हैं, जहाँ जहाँ मतलब ज़रूरत होती है। मैं कहा इनकी अपनी हिस्ट्री है, अपनी ज़ुबान है। कहते जी अब तो हम तो अब डिस्कवर कर रहे हैं। तो ऐसे तुसीं जिहड़े कह रहे हो ना कि मतलब सिखां नूं लैके ਇਹ ਲੋਕਾਂ ਦੀ ਅੱਖਾਂ ਖੁੱਲ ਰਹੀਆਂ ਨੇ ਕਿ ਕੌਮ ਹੈ ਕੀ। ਇੱਕ ਪੋਜ਼ਿਟਿਵ ਹੈ ਇਹ ਐਜੀਟੇਸ਼ਨ, ਬਿਲਕੁਲ ਬਿਲਕੁਲ 100% ਪੋਜ਼ਿਟਿਵ ਹੈ। ਮਤਲਬ ਤੁਸੀਂ ਦੇਖੋ ਬਜ਼ੁਰਗ ਔਰਤਾਂ ਉਹ ਆਈਆਂ ਹੋਈਆਂ ਨੇ, ਹੈ ਯੰਗ ਵਿਮਨ ਵਿਦ ਸਮਾਲ ਚਿਲਡਰਨ ਉਹ ਆਏ ਹੋਏ ਨੇ, ਬਜ਼ੁਰਗ ਆਦਮੀ ਬੈਠੇ ਹੋਏ ਨੇ। ਮਤਲਬ ਇਹ ਕੋਈ ਦੇਸ਼ ਦਰੋਹੀ ਨੇ ਸਾਰੇ। ਹਾਂ ਇਹ ਪਤਾ ਚੱਲਦਾ ਲੋਕਾਂ ਨੂੰ। ਬਹੁਤ ਧੰਨਵਾਦ ਸਮਾਂ ਦੇਣ ਵਾਸਤੇ। ਪਦਮ ਸ਼੍ਰੀ ਦੇਸ਼ ਦਰੋਹੀ ਤੁਸੀਂ ਕਿਹਾ ਆਪਣੇ ਆਪ ਨੂੰ, ਔਰ ਸਾਡੀ ਖੁਸ਼ਨਸੀਬੀ ਕਿ ਅਸੀਂ ਤੁਹਾਡੇ ਕੋਲ ਆ ਸਕੇ, ਤੁਹਾਡਾ ਸਮਾਂ ਲੈ ਸਕੇ। ਥੈਂਕ ਯੂ ਵੈਰੀ ਮਚ ਫॉर ਹੈਵਿੰਗ ਮੀ ਇਨ ਯੋਰ ਸ਼ੋ। ਬਹੁਤ ਧੰਨਵਾਦ। ਸੋ ਉਮੀਦ ਹੈ ਕਿ ਇਹ ਇਤਿਹਾਸ ਹੁੰਦੇ, ਇਹ ਵੀ ਇੱਕ ਇਤਿਹਾਸ ਹੈ ਜ਼ਿੰਦਗੀ ਦੇ ਵਿੱਚ ਕਿ ਵਿਨੋਦ ਦੂਆ ਸਾਹਿਬ ਜਦੋਂ ਪੰਜਾਬ ਦੀ ਗੱਲ ਕਰ ਰਹੇ ਹੈ ਜਾਂ ਕਿਸਾਨ ਐਜੀਟੇਸ਼ਨ ਦੇ ਉੱਤੇ ਆਪਣੀ ਰਾਏ ਰੱਖ ਰਹੇ ਹੈ। ਇਸ ਪ੍ਰੋਗਰਾਮ 'ਚ ਇੰਨਾ ਹੀ। ਧੰਨਵਾਦ।